ਜਿਹੜੇ ਬਹੁਤ ਚੰਗੇ ਲੋਕ ਹੁੰਦੇ ਆ ਨਾ, ਉਹ ਸਾਰਿਆਂ ਦਾ ਭਲਾ ਸੋਚਦੇ ਆ, ਸਾਰਿਆਂ ਨੂੰ ਯੈਸ ਹੀ ਕਹੀ ਜਾਂਦੇ ਆ, ਸਾਰਿਆਂ ਨੂੰ ਪਲੀਜ਼ ਕਰਕੇ ਰੱਖਦੇ ਆ, ਉਹਨਾਂ ਨੂੰ ਬਿਮਾਰੀਆਂ ਜ਼ਿਆਦਾ ਲੱਗਦੀਆਂ। ਹਾਂਜੀ, ਸੋ ਪੀਪਲ ਪਲੀਜ਼ਰ ਅਸੀਂ ਕਹਿੰਦੇ ਆ, ਸਾਰਿਆਂ ਨੂੰ ਹਾਂ ਕਹੀ ਜਾਣਾ, ਕਿਸੇ ਨੂੰ ਕੁਛ ਕਹਿਣਾ ਨਹੀਂ। ਜੇ ਕੋਈ ਚੀਜ਼ ਬੁਰੀ ਵੀ ਲੱਗਦੀ ਹੈ, ਕਿਸੇ ਨੂੰ ਦੱਸਣਾ ਨਹੀਂ ਹੈਗਾ, ਸਾਰਾ ਕੁਛ ਅੰਦਰ ਹੀ ਰੱਖਣਾ ਹੈਗਾ, ਸਾਰਿਆਂ ਨੂੰ ਹਾਂ ਕਹਿਣੀ, ਸਾਰਿਆਂ ਦਾ ਸੋਚਣਾ, ਭਲਾ ਮੰਨਣਾ। ਜੇ ਉਹਨਾਂ ਨੂੰ ਕੈਂਸਰ ਹੁੰਦਾ ਆ, ਯੂਜੂਅਲੀ ਬਹੁਤ ਅਗਰੈਸਿਵ ਹੁੰਦਾ ਆ, ਲੇਟ ਸਟੇਜ ਵਾਲਾ ਹੁੰਦਾ ਹੈਗਾ ਆ, ਅਤੇ ਉਹਨਾਂ ਲੋਕਾਂ ਨੂੰ ਜਿਹੜੀ ਹੈਗੀ ਆ ਆਟੋ ਇਮਿਊਨ ਬਿਮਾਰੀਆਂ ਵੀ ਬਹੁਤ ਲੱਗਦੀਆਂ ਹੈਗੀਆਂ ਆ। ਕੋਈ ਕਹਿੰਦਾ ਕਿ ਜੇ ਸਿਗਰਟ ਪੀਂਦੇ ਹੋ ਨਾ, ਤੁਸੀਂ ਸਮੋਕ ਕਰਦੇ ਹੋ, ਤੁਹਾਨੂੰ ਬਿਮਾਰੀਆਂ ਲੱਗਣੀਆਂ, ਔਰ ਹੈ ਵੀ ਹੈ ਨਾ, ਉਹ ਡਾਇਰੈਕਟ ਰਿਲੇਸ਼ਨ ਤੁਹਾਨੂੰ ਨਜ਼ਰ ਆਉਂਦਾ। ਪਰ ਜੇ ਮੇਰੀ ਲਾਈਫ ਦੇ ਵਿੱਚ ਕੋਈ ਸੈਪਰੇਸ਼ਨ ਹੋਈ, ਚਾਈਲਡ ਅਬਿਊਜ਼ ਹੋਇਆ ਸੀ, ਮੈਨੂੰ ਇਗਨੋਰ ਕੀਤਾ ਗਿਆ ਸੀਗਾ ਬਹੁਤ ਬੁਰੇ ਤਰੀਕੇ ਨਾਲ, ਅਬਿਊਜ਼ ਹੋਇਆ ਸੀਗਾ, ਰਿਲੇਸ਼ਨਸ਼ਿਪਸ ਚੰਗੇ ਨਹੀਂ ਨਿਕਲੇ, ਇਹ ਕਿੰਨੀ ਤਰ੍ਹਾਂ ਦੀਆਂ ਸਿਚੁਏਸ਼ਨਸ ਨੇ। ਫਿਰ ਕੋਈ ਲੋਕੀ ਹੈਰਾਨ ਹੋਣਗੇ, ਇਹਦੇ ਕਰਕੇ ਬਿਮਾਰੀਆਂ ਥੋੜ੍ਹੀ ਹੁੰਦੀਆਂ। ਇਹ ਗਲਤ ਆ, ਹੁੰਦੀਆਂ ਨੇ। ਹਾਂਜੀ, ਹੁੰਦੀਆਂ ਇਹਦੇ ਕਰਕੇ ਬਿਮਾਰੀਆਂ। ਸੋ ਪ੍ਰੋਗਰਾਮ ਰੋਸ਼ਨੀ ਦੇ ਵਿੱਚ ਜਦੋਂ ਅਸੀਂ ਸਟਰੈਸ ਦੀ ਗੱਲ ਕਰਦੇ ਹਾਂ, ਤੁਸੀਂ ਸਟਰੈਸ ਦੇ ਬਾਰੇ ਕੱਲ੍ਹ ਸੁਣਿਆ ਜੈਸਮੀਨ ਹੋਣਾ ਨੂੰ, ਔਰ ਬਹੁਤ ਇੰਪੋਰਟੈਂਟ ਟਾਕ ਕਨਵਰਸੇਸ਼ਨ ਜਿਹੜੀ ਹੈ ਉਹ ਅਸੀਂ ਜਾਰੀ ਰੱਖ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵੈਨ ਇਟ ਕਮਸ ਟੂ ਸਟਰੈਸ, ਅਸੀਂ ਸਾਰੇ ਜਣੇ ਕਹਿੰਦੇ ਹਾਂ ਲਾਈਫ ਦੇ ਵਿੱਚ ਬਹੁਤ ਤਣਾਅ ਵੱਧ ਗਿਆ, ਪਹਿਲਾਂ ਦੇ ਮੁਕਾਬਲੇ ਬਹੁਤ ਸਾਰੇ ਚੈਲੰਜਸ ਵੇਖਣ ਨੂੰ ਮਿਲਦੇ ਆ। ਪਰ ਹੂ ਨੋਜ਼, ਪਹਿਲਾਂ ਵਾਲਿਆਂ ਦੇ ਚੈਲੰਜਸ ਵੱਖਰੇ ਹੁੰਦੇ ਹੋਣਗੇ, ਉਹਨਾਂ ਦੀਆਂ ਚੁਣੌਤੀਆਂ ਵੱਖਰੀਆਂ ਹੁੰਦੀਆਂ ਹੋਣਗੀਆਂ। ਐਂਡ ਕਿਸੇ ਵੀ ਏਜ ਗਰੁੱਪ ਦੀ ਅਸੀਂ ਗੱਲ ਕਰ ਲਈਏ, ਬਚਪਨ 'ਚ, ਜਵਾਨੀ 'ਚ, ਵੱਡੇ ਹੋ ਕੇ ਅਤੇ ਫਿਰ ਬੁਢੇਪੇ 'ਚ, ਹਰ ਕਿਸੇ ਨੂੰ ਆਪਣੇ ਤੌਰ ਤਰੀਕੇ ਜਿਉਂਦਿਆਂ ਹੋਇਆਂ ਵੱਖਰੇ ਤਰ੍ਹਾਂ ਦੀ ਚਿੰਤਾ ਜਿਹੜੀ ਹੈ ਉਹ ਲੱਗੀ ਰਹਿੰਦੀ ਹੈ। ਇਹ ਨਹੀਂ ਕਿ ਉਹਨਾਂ ਨੂੰ ਆਦਤ ਪੈ ਚੁੱਕੀ ਹੁੰਦੀ ਹੈ ਚਿੰਤਾ ਕਰਨ ਦੀ, ਬਲਕਿ ਕੁਝ ਹਾਲਾਤ ਹੀ ਅਜਿਹੇ ਹੁੰਦੇ ਨੇ। ਪਰ ਹੁਣ ਜਦੋਂ ਅਸੀਂ ਸਟਰੈਸ ਦੀ ਗੱਲ ਕਰਦੇ ਹਾਂ, ਬੜਾ ਇੰਪੋਰਟੈਂਟ ਹੈ ਇਸ ਗੱਲ ਨੂੰ ਜਾਣ ਲੈਣਾ ਕਿ ਸਟਰੈਸ ਦੇ ਕਰਕੇ ਸਾਡੀ ਸਿਹਤ ਦੇ ਉੱਤੇ ਬੜਾ ਅਸਰ ਪੈਂਦਾ। ਡਾਕਟਰ ਗੈਬਰ ਮਾਰਟੀ ਕਹਿੰਦੇ ਆ, ਮਾਈਂਡ ਬੋਡੀ ਇੱਕ ਯੂਨਿਟ ਹੈ, ਇਹਨੂੰ ਵੱਖਰੇ ਵੱਖਰੇ ਤਰੀਕੇ ਨਾਲ ਨਹੀਂ ਵੇਖਿਆ ਜਾ ਸਕਦਾ। ਸੋ ਇਸੇ ਕਰਕੇ ਹੀ ਅਸੀਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਔਰ ਸਟਰੈਸ ਦਾ ਹੈਲਥ ਦੇ ਉੱਤੇ ਪੈਂਦਾ ਅਸਰ, ਕੀ ਇਹ ਸਾਡੇ ਕਰਕੇ ਹੋ ਰਿਹਾ ਆ? ਨਹੀਂ, ਬਲੇਮ ਐਂਡ ਸ਼ੇਮ ਨਹੀਂ ਕਰਨਾ ਆਪਣੇ ਆਪ ਨੂੰ, ਬਲਕਿ ਇਹਦੇ ਤੋਂ ਅਸੀਂ ਇਹ ਸਿੱਖਣਾ ਆ ਕਿ ਜੇਕਰ ਕੋਈ ਸਟਰੈਸਫੁਲ ਸਿਚੁਏਸ਼ਨ ਬਣ ਗਈ, ਉਹ ਥੋੜ੍ਹੀ ਬਹੁਤ ਨਹੀਂ, ਕਿਸੇ ਦੀ ਬਹੁਤ ਵੱਡੀ ਹੋਈ ਹੋ ਸਕਦੀ ਹੈ, ਉਹਦੇ ਲਈ ਰਿਸਪੌਂਸ ਕਿਵੇਂ ਦਾ ਚੂਜ਼ ਕਰਨਾ ਹੈ। ਕਿਉਂਕਿ ਜਿੱਥੇ ਅਸੀਂ ਕਹਿੰਦੇ ਹਾਂ ਕਿ ਕਿਵੇਂ ਅਸੀਂ ਸਟਰੈਸ ਨੂੰ ਹੈਂਡਲ ਕਰਦੇ ਹਾਂ, ਉਹਦਾ ਅਸਰ ਸਾਡੀ ਸਿਹਤ ਦੇ ਉੱਤੇ ਪੈ ਸਕਦਾ ਹੈ। ਜਾਂ ਤਾਂ ਸਾਨੂੰ ਬਿਮਾਰੀਆਂ ਲੱਗ ਸਕਦੀਆਂ, ਜਾਂ ਫਿਰ ਕਿਸ ਤਰ੍ਹਾਂ ਦਾ ਰਿਸਪੌਂਸ ਅਸੀਂ ਚੂਜ਼ ਕਰਦੇ ਹਾਂ, ਉਹਦੇ ਕਰਕੇ ਅਸੀਂ ਉਹਨਾਂ ਬਿਮਾਰੀਆਂ ਤੋਂ ਦੂਰ ਰਹਿਣਾ ਸਿੱਖ ਸਕਦੇ ਹਾਂ। ਅਤੇ ਜੇ ਹੋ ਵੀ ਗਈਆਂ ਨੇ ਤਾਂ ਵੀ ਆਪਣੇ ਆਪ ਨੂੰ ਤੰਦਰੁਸਤ ਕਰਨ ਵਾਲੇ ਪਾਸੇ ਚੱਲ ਸਕਦੇ ਹਾਂ। ਹੈਗਾ ਕੀ ਹੈ ਇਹ? ਆਪਣਾ ਮਨ ਦਾ ਨਜ਼ਰੀਆ, ਆਪਣੇ ਆਪ ਨੂੰ ਤਣਾਅ ਤੋਂ ਦੂਰ ਰੱਖਣ ਦਾ ਨਜ਼ਰੀਆ। ਸੋ ਇਹ ਹੀਲਿੰਗ ਦੇ ਵਾਸਤੇ ਵੀ ਗੱਲਬਾਤ ਜਿਹੜੀ ਆ ਉਹ ਬਹੁਤ ਹੋਣ ਵਾਲੀ ਹੈ ਇੰਟਰਸਟਿੰਗ। ਸਾਡੇ ਨਾਲ ਡਾਕਟਰ ਗਗਨਜੋਤ ਸੰਧੂ ਅੱਜ ਦੇ ਪ੍ਰੋਗਰਾਮ ਦੇ ਸ਼ਾਮਿਲ ਨੇ। ਐਜ਼ ਆਲਵੇਜ਼ ਸ਼ੀ ਇਜ਼ ਗੋਟ ਬੰਡਲ ਆਫ ਇਨਫੋਰਮੇਸ਼ਨ ਫॉर ਯੂ। ਏਪੈਕਸ ਸਕਾਈ ਮੈਡੀਕਲ ਕਲੀਨਿਕ ਤੋਂ ਫਿਜ਼ੀਸ਼ੀਅਨ ਦੇ ਤੌਰ 'ਤੇ ਤੁਹਾਨੂੰ ਸੇਵਾਵਾਂ ਦਿੰਦੇ ਨੇ ਡਾਕਟਰ ਗਗਨਜੋਤ। ਵੈਲਕਮ। Thank you so much, Gurpreet. It's always a pleasure to be here. ਜੀ, ਸੋ ਡਾਕਟਰ ਗਗਨਜੋਤ, ਹਾਊ ਮੈਨੀ ਪੇਸ਼ੈਂਟਸ ਯੂ ਸੀ ਕਿ ਆਉਂਦੇ ਤਾਂ ਬਿਮਾਰੀਆਂ ਕਰਕੇ ਆ, ਪਰ ਉਹਦੇ ਪਿੱਛੇ ਕੁਝ ਹੋਰ ਵੀ ਚੀਜ਼ਾਂ ਲੁਕੀਆਂ ਹੁੰਦੀਆਂ? Majority of them. ਹਾਂਜੀ, ਖਾਸ ਕਰ ਇਹੀ ਇਸ਼ੂ ਹੁੰਦੀ ਹੈਗੀ ਆ। ਬਿਮਾਰੀਆਂ ਦੇ ਪਿੱਛੇ ਸਟਰੈਸ? Absolutely, ਹਾਂਜੀ। Stress, I would say a majority of my patients, ਹੱਦ ਤੋਂ ਜ਼ਿਆਦਾ। Yeah. ਕਿਉਂਕਿ ਜੈਨੇਟਿਕਸ ਵੀ ਨੇ, ਐਂਡ ਐਟ ਦ ਸੇਮ ਟਾਈਮ ਐਨਵਾਇਰਨਮੈਂਟਲ ਫੈਕਟਰਸ ਵੀ ਹੈਗੇ ਆ। Absolutely. ਤੇ genetics right now, ਆਪਾਂ ਕੰਟਰੋਲ ਨਹੀਂ ਕਰ ਸਕਦੇ ਪੇਸ਼ੈਂਟਸ 'ਤੇ, ਪਰ ਜਿਹੜੇ environmental factors ਹੈਗੇ ਆ ਉਹ ਸਾਡੇ ਕੰਟਰੋਲ ਵਿੱਚ ਹੈਗੇ ਆ, right? And medications ਵਗੈਰਾ to help out, we can always use those. But ਮੈਂ ਪੇਸ਼ੈਂਟਸ ਨੂੰ, ਜਿਹੜੇ ਮੇਰੇ ਪੇਸ਼ੈਂਟਸ ਹੈਗੇ ਆ ਉਹ ਜਾਣਨਗੇ, ਪਹਿਲਾਂ ਮੈਂ ਬਹੁਤ ਕੋਸ਼ਿਸ਼ ਕਰੂੰਗੀ, ਵਾਰਨਿੰਗਸ ਦਊਂਗੀ, ਦੱਸਦੀ ਹੁੰਦੀ ਆ ਜਦੋਂ ਬਲੱਡ ਟੈਸਟ ਥੋੜ੍ਹੀ ਜਿਹੀ ਵੀ ਐਬਨੋਰਮੈਲਿਟੀ ਹੁੰਦੀ ਹੈ ਨਾ, I will call my patient in. ਵੀ ਮਾਮੂਲੀ ਵਧਿਆ ਹੋਇਆ ਹੁਣ ਲੱਗਦਾ ਹੈਗਾ ਆ, but it can get worse. We need to get on top of things, right? And so but a lot of reasons ਵੀ patients ਕਰ ਨਹੀਂ ਪਾਉਂਦੇ ਹੈਗੇ। For example, exercise ਨਹੀਂ ਕਰ ਹੁੰਦਾ, ਜਾਂ ਚੰਗੀ ਤਰ੍ਹਾਂ ਖਾ ਪੀ ਨਹੀਂ ਹੁੰਦਾ ਹੈਗਾ ਆ, because ਉਹ stress ਦੇ loop ਦੇ ਵਿੱਚ ਚੱਲੀ ਜਾ ਰਹੇ ਹੈਗੇ ਆ। They're not able to, ਹੈ ਨਾ, ਵੀ ਉਹ ਕਰ ਨਹੀਂ ਪਾ ਰਹੇ ਜਿਹੜੀਆਂ ਚੀਜ਼ਾਂ body ਲਈ good ਹੁੰਦੀਆਂ ਹੈਗੀਆਂ ਆ। ਜਾਂ ਉਹ ਇੰਨੇ stress ਹੁੰਦੇ ਆ ਵੀ ਉਹ
ਸਟ੍ਰੈਸ ਹੀ ਜਿਹੜੀ ਹੈਗੀ ਆ ਉਹਨਾਂ ਦੀ ਬੋਡੀ 'ਤੇ ਅਸਰ ਕਰਦੀ ਹੁੰਦੀ ਆ ਸੋ ਆਈ ਸੀ ਦੈਟ ਪ੍ਰੋਬੇਬਲੀ ਮੋਸਟ ਆਫ ਦ ਕੇਸਿਸ ਹਾਂਜੀ ਡਾਕਟਰ ਸੰਧੂ ਐਵੇਂ ਐਨਾਲੋਜੀ ਲੈ ਕੇ ਚੱਲਦੇ ਆ ਹੈ ਨਾ ਕੋਈ ਕਹਿੰਦਾ ਕਿ ਜੇ ਸਿਗਰਟ ਪੀਂਦੇ ਹੋ ਨਾ ਤੁਸੀਂ ਸਮੋਕ ਕਰਦੇ ਹੋ ਤੁਹਾਨੂੰ ਬਿਮਾਰੀਆਂ ਲੱਗਣੀਆਂ ਔਰ ਹੈ ਵੀ ਹੈ ਨਾ ਉਹ ਡਾਇਰੈਕਟ ਰਿਲੇਸ਼ਨ ਤੁਹਾਨੂੰ ਨਜ਼ਰ ਆਉਂਦਾ ਪਰ ਜੇ ਮੇਰੀ ਲਾਈਫ ਦੇ ਵਿੱਚ ਕੋਈ ਸੈਪਰੇਸ਼ਨ ਹੋਈ ਚਾਈਲਡ ਅਬਿਊਜ਼ ਹੋਇਆ ਸੀ ਮੈਨੂੰ ਇਗਨੋਰ ਕੀਤਾ ਗਿਆ ਸੀਗਾ ਬਹੁਤ ਬੁਰੇ ਤਰੀਕੇ ਨਾਲ ਅਬਿਊਜ਼ ਹੋਇਆ ਸੀਗਾ ਰਿਲੇਸ਼ਨਸ਼ਿਪਸ ਚੰਗੇ ਨਹੀਂ ਨਿਕਲੇ ਇਹ ਕਿੰਨੇ ਤਰ੍ਹਾਂ ਦੀਆਂ ਸਿਚੁਏਸ਼ਨਸ ਨੇ ਫਿਰ ਕੋਈ ਲੋਕੀ ਹੈਰਾਨ ਹੋਣਗੇ ਇਹਦੇ ਕਰਕੇ ਬਿਮਾਰੀਆਂ ਥੋੜ੍ਹੀ ਹੁੰਦੀਆਂ ਇਹ ਗਲਤ ਆ ਹੁੰਦੀਆਂ ਨੇ ਹਾਂਜੀ ਹੁੰਦੀਆਂ ਇਹਦੇ ਕਰਕੇ ਬਿਮਾਰੀਆਂ ਸੋ ਤੁਸੀਂ ਇੱਕ ਇੰਟਰਸਟਿੰਗ ਗੱਲ ਕਹੀ ਸੀ ਵੀ ਜੇ ਕੋਈ ਸਿਗਰਟ ਪੀਂਦਾ ਹੈਗਾ ਆ ਵੀ ਬਿਮਾਰੀ ਲੱਗਣੀ ਆ ਐਂਡ ਦੈਟ ਇਜ਼ ਨਾਟ ਨੈਸੈਸਰੀਲੀ ਟਰੂ ਅਸੀਂ ਜਾਣਦੇ ਹੈਗੇ ਆ ਐਲਕੋਹਲ ਪੀਣ ਨਾਲ ਜਾਂ ਸਿਗਰਟ ਯੂਜ਼ ਕਰਨ ਨਾਲ ਬਿਮਾਰੀ ਦਾ ਹੋਣ ਦਾ ਹਾਇਰ ਚਾਂਸ ਹੁੰਦਾ ਆ ਪਰ ਕਈ ਲਾਈਕ 90-100 ਸਾਲ ਦੇ ਲਾਈਕ ਬਜ਼ੁਰਗ ਜਿਹੜੇ ਹੈਗੇ ਆ ਸਮੋਕ ਕਰਦੇ ਜਾਂ ਡਰਿੰਕ ਰੋਜ਼ ਕਰਦੇ ਆ ਉਹਨਾਂ ਨੂੰ ਕੁਛ ਨਹੀਂ ਹੁੰਦਾ ਰਾਈਟ ਐਂਡ ਸੋ ਅਸੀਂ ਐਜ਼ ਡਾਕਟਰਸ ਸਾਨੂੰ ਡੇਟਾ ਮਿਲਿਆ ਹੁੰਦਾ ਸਟੈਟਿਸਟਿਕਸ ਮਿਲੇ ਹੁੰਦੇ ਆ ਤੇ ਅਸੀਂ ਸਾਰਿਆਂ ਨੂੰ ਦੱਸਦੇ ਆ ਵੀ ਇਹ ਡਾਟਾ ਜਿਹੜਾ ਸਾਨੂੰ ਮਿਲਿਆ ਆ ਇਹਦੇ ਵਿੱਚ ਜੇ ਸਮੋਕਿੰਗ ਕਰਦੇ ਆ ਤੁਹਾਡੇ ਲਈ ਗਲਤ ਹੋ ਸਕਦਾ it can cause problems and most of the time we're right but there are some cases ਨਹੀਂ ਵੀ ਠੀਕ ਹੁੰਦਾ right but stress is also one of those things है ना so stress होगी cigarette use हो गया alcohol use हो गया I would put them in the same category क्योंकि ਇਹ ਜਿਹੜੀ ਆਪਣੀ ਸਟ੍ਰੈਸ ਹੋਣੀ ਆ ਲਾਈਫ ਦੇ ਵਿੱਚ ਐਂਡ ਇਟਸ ਐਕਚੁਅਲੀ ਵੈਰੀ ਨੋਰਮਲ ਫॉर us to be stressed out ਹੈ ਨਾ ਜੇ ਸਾਨੂੰ ਸਟ੍ਰੈਸ ਨਹੀਂ ਹੁੰਦੀ ਫਿਰ ਜੇ ਕੋਈ ਬੇਅਰ ਸਾਡੇ ਸਾਹਮਣੇ ਹੋ ਜਾਂਦਾ ਆ we would just be like oh look a bear ਸਾਨੂੰ ਭੱਜਣ ਦਾ ਹੋਣਾ ਵੀ this is something bad for us right we need to run away so stress ਸਾਡੇ ਲਈ ਜ਼ਰੂਰੀ ਵੀ ਹੈਗੀ ਆ ਪਰ ਜਦੋਂ chronic ਹੋ ਜਾਂਦੀ ਆ ਸਟ੍ਰੈਸ ਬਾਰ-ਬਾਰ ਆਪਣੀ ਬਾਡੀ ਨੂੰ ਸਟ੍ਰੈਸ ਦੇ ਸਿਚੁਏਸ਼ਨ ਵਿੱਚ ਸਾਨੂੰ ਰਹਿਣਾ ਪੈਂਦਾ ਹੈਗਾ ਆ ਅਸੀਂ ਆਪਣੀ ਬਾਡੀ ਦੇ ਉੱਤੇ ਸਟ੍ਰੈਸ ਜਾਣਬੁੱਝ ਕੇ ਬਾਰ-ਬਾਰ ਪਾਈ ਜਾਂਦੇ then it's not good chronic stress is not good so ਇਹ ਜਿਹੜੀਆਂ ਗੱਲਾਂ ਹੈਗੀਆਂ ਤੁਸੀਂ ਕਹੀਆਂ a lot of people especially in our community I've noticed ਲੈ ਫਿਰ ਕੀ ਹੋ ਗਿਆ you know ਇਹ ਕਿਹੜਾ ਕੋਈ ਡਿਪਰੈਸ਼ਨ ਹੋਇਆ ਐਂਗਜ਼ਾਇਟੀ ਹੋਇਆ ਕਈ ਚੀਜ਼ਾਂ ਤੇ ਇਹਨਾਂ ਨੂੰ ਮੰਨਦੇ ਹੋ ਨਹੀਂ ਹੈਗੇ ਵੀ ਇਹ ਸਾਡੇ ਇਹ ਹੈ ਹੀ ਨਹੀਂ ਇਹ you know ਜਿਹੜੀ ਡਿਪਰੈਸ਼ਨ ਐਂਗਜ਼ਾਇਟੀ ਜਾਂ chronic stress ਹੁੰਦੀ ਆ ਪਰ ਇਹ it's been proven ਵੀ ਇਹ ਸਾਡੀ ਬਾਡੀ ਤੇ ਅਸਰ ਕਰਦੀ ਹੈਗੀ ਆ ਇੱਦਾਂ ਵੀ ਡਾਕਟਰ ਸੰਧੂ ਅਸੀਂ ਬਹੁਤ ਸਾਰੀ ਸਟੱਡੀ ਰਿਸਰਚ ਜਿਹੜੀ ਉਹ ਪੜ੍ਹਦੇ ਹਾਂ ਐਵੀਡੈਂਸ ਬੇਸਡ ਵੀ ਹੈ ਮੈਂ ਤੁਹਾਡਾ ਟੇਕ ਲੈਣਾ ਚਾਹੂੰਗੀ ਕਿ ਜਿਹੜੇ ਬਹੁਤ ਚੰਗੇ ਲੋਕ ਹੁੰਦੇ ਆ ਨਾ ਉਹ ਸਾਰਿਆਂ ਦਾ ਭਲਾ ਸੋਚਦੇ ਆ ਸਾਰਿਆਂ ਨੂੰ ਯੈਸ ਹੀ ਕਹੀ ਜਾਂਦੇ ਆ ਸਾਰਿਆਂ ਨੂੰ ਪਲੀਜ਼ ਕਰਕੇ ਰੱਖਦੇ ਆ ਉਹਨਾਂ ਨੂੰ ਬਿਮਾਰੀਆਂ ਜ਼ਿਆਦਾ ਲੱਗਦੀਆਂ ਹਾਂਜੀ ਸੋ ਸਟੈਟਿਸਟਿਕਲੀ ਕੁਛ ਡਾਟਾ ਹੈਗਾ ਆ ਵੀ ਜਿਹੜੇ ਪੀਪਲ ਪਲੀਜ਼ਰ ਅਸੀਂ ਕਹਿੰਦੇ ਆ ਸਾਰਿਆਂ ਨੂੰ ਹਾਂ ਕਹੀ ਜਾਣਾ ਕਿਸੇ ਨੂੰ ਕੁਛ ਕਹਿਣਾ ਨਹੀਂ ਜੇ ਕੋਈ ਚੀਜ਼ ਬੁਰੀ ਵੀ ਲੱਗਦੀ ਹੈ ਕਿਸੇ ਨੂੰ ਦੱਸਣਾ ਨਹੀਂ ਹੈਗਾ ਸਾਰਾ ਕੁਛ ਅੰਦਰ ਹੀ ਰੱਖਣਾ ਹੈਗਾ ਸਾਰਿਆਂ ਨੂੰ ਹਾਂ ਕਹਿਣੀ ਸਾਰਿਆਂ ਦਾ ਸੋਚਣਾ ਭਲਾ ਮੰਨਣਾ ਜੇ ਉਹਨਾਂ ਨੂੰ ਕੈਂਸਰ ਹੁੰਦਾ ਆ ਯੂਜੂਅਲੀ ਬਹੁਤ ਅਗਰੈਸਿਵ ਹੁੰਦਾ ਆ ਲੇਟ ਸਟੇਜ ਵਾਲਾ ਹੁੰਦਾ ਹੈਗਾ ਆ ਅਤੇ ਉਹਨਾਂ ਲੋਕਾਂ ਨੂੰ ਜਿਹੜੀ ਹੈਗੀ ਆ ਆਟੋ ਇਮਿਊਨ ਬਿਮਾਰੀਆਂ ਵੀ ਬਹੁਤ ਲੱਗਦੀ ਹੈਗੀਆਂ ਆ ਸੋ ਆਟੋ ਇਮਿਊਨ ਬਿਮਾਰੀ ਦਾ ਮਤਲਬ ਹੈਗਾ ਆ ਸਾਡੀ ਸਰੀਰ ਹੀ ਆਪਣੇ ਆਪ ਨੂੰ ਅਟੈਕ ਕਰਨ ਲੱਗ ਜਾਂਦਾ ਆ ਅੰਦਰੋਂ ਹੀ ਜਿਹੜੀ ਬਿਮਾਰੀ ਪੈਦਾ ਹੁੰਦੀ ਹੈਗੀ ਆ ਸੋ ਇਟਸ ਟਰੂ ਵੀ ਜਿਹੜੇ ਇੱਦਾਂ ਪੀਪਲ ਪਲੀਜ਼ਰਸ ਹੁੰਦੇ ਆ ਸੋ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਚੰਗੇ ਨਹੀਂ ਬਣਨਾ ਇਹਦਾ ਮਤਲਬ ਇਹ ਆ ਕਿ ਜਿਹੜੇ ਇਮੋਸ਼ਨਸ ਆ ਉਹ ਐਕਸਪ੍ਰੈਸ ਕਰਨ ਵਾਸਤੇ ਹੁੰਦੇ ਆ ਕੋਈ ਚੀਜ਼ ਜੇ ਚੰਗੀ ਨਹੀਂ ਵੀ ਲੱਗੀ ਤਾਂ ਉਹ ਦੱਸੋ ਜਿੱਥੇ ਤੁਹਾਨੂੰ ਕੁਝ ਨਹੀਂ ਠੀਕ ਲੱਗਦਾ ਤੁਹਾਨੂੰ ਕਿਹਾ ਜਾ ਰਿਹਾ ਹੈ ਕਰਦੇ ਤੇ ਉੱਥੇ ਤੁਸੀਂ ਜਸਟ ਕਿ ਉਹ ਹੁਣ ਮੈਂ ਕੀ ਕਵਾਂ ਇਹਨਾਂ ਨੂੰ ਚੱਲ ਕਰ ਹੀ ਦਿੰਦੀ ਆ ਉਹਨਾਂ ਨੂੰ ਨੋ ਕਹਿ ਦਿਓ ਤੁਸੀਂ ਮਾੜ ਨਹੀਂ ਬਣ ਜਾਣਾ ਐਗਜ਼ੈਕਟਲੀ ਸੋ ਤੁਸੀਂ ਇਹ ਚੀਜ਼ ਜਿਹੜੀ ਕਹੀ ਹੈ ਇਟਸ ਵੈਰੀ ਟਰੂ ਹੈ ਨਾ ਵੀ ਆਪਾਂ ਨੂੰ ਐਕਸਪ੍ਰੈਸ਼ਨ ਕਰ ਲੈਣਾ ਚਾਹੀਦਾ ਹੈ ਐਕਸਪ੍ਰੈਸ਼ਨ ਇਜ਼ ਦ ਹਿਊਮਨ ਐਸੈਂਸ ਹੈ ਨਾ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਅਤੇ ਇਸ ਇਨਵਾਇਰਮੈਂਟ ਵਿੱਚ ਹੋਣਾ ਜੇ ਆਪਾਂ ਐਕਸਪ੍ਰੈਸ ਕਰੀਏ ਕੋਈ ਸਾਨੂੰ ਸੁਣੇ ਉਹ ਵੀ ਬਹੁਤ ਸਾਨੂੰ ਜ਼ਰੂਰੀ ਲੱਗਦਾ ਆ ਕਈ ਵਾਰੀ ਰਿਲੇਸ਼ਨਸ਼ਿਪਸ ਦੇ ਵਿੱਚ ਮੈਂ ਪੇਸ਼ੈਂਟਸ ਨਾਲ ਗੱਲਾਂ ਕਰਦੀ ਹੁੰਦੀ ਹਾਂ ਰਿਲੇਸ਼ਨਸ਼ਿਪਸ ਦੇ ਵਿੱਚ ਇਹ ਵੀ ਹੋ ਜਾਂਦਾ ਹੈਗਾ ਆ ਵੀ ਐਕਸਪ੍ਰੈਸ ਜੇ ਕੋਈ ਕਰਦਾ ਹੈਗਾ ਆ ਉਹਨੂੰ ਅੱਗੇ ਰਿਜੈਕਸ਼ਨ ਮਿਲਦੀ ਆ ਕੋਈ ਤੇਰਾ ਤਾਂ ਇਹੀ ਰੋਣਾ ਹੁੰਦਾ ਆ ਤੂੰ ਤਾਂ ਰੋਣੀ ਰਹਿੰਦੀ ਆ ਤੂੰ ਤਾਂ ਇਹੀ ਕਰਦਾ ਰਹਿੰਦਾ ਆ these kinds of
ways we speak to each other, ਇਹ ਵੀ ਸਾਨੂੰ traumatic feel ਹੁੰਦੇ ਆ. It hurts the soul, right? Right. So expression ਕਰਨ ਨਾਲੋਂ first of all vulnerability ਹੁੰਦੀ ਆ. Vulnerability ਦਾ ਮਤਲਬ ਹੈਗਾ ਆ ਕਈਆਂ ਨੂੰ ਬਹੁਤ ਔਖਾ ਲੱਗਦਾ ਆ ਦੱਸਣਾ ਵੀ ਮੈਨੂੰ ਇਹ ਮਹਿਸੂਸ ਹੋ ਰਿਹਾ ਆ, right? ਕਿਉਂਕਿ ਕਿਸੇ ਨੂੰ ਦੱਸਣਾ ਵੀ ਮੇਰਾ ਅੰਦਰ ਤੋਂ ਕੀ ਚੱਲ ਰਿਹਾ ਹੈਗਾ ਆ, ਇਹ ਬਹੁਤ ਇੱਕ ਨਾਜ਼ੁਕ ਚੀਜ਼ ਹੁੰਦੀ ਹੈਗੀ ਆ. ਜੇ ਅੱਗੇ ਉਹਨੂੰ ਰਿਸਪੈਕਟ ਕਰਨ ਵਾਲਾ ਨਾ ਹੋਵੇ ਫਿਰ ਉਹ ਦਰਦ ਵੀ ਬਹੁਤ ਪਹੁੰਚ ਸਕਦਾ ਆ. ਫਿਰ ਉਹ ਤੋਂ ਬਾਅਦ ਜਿਹੜਾ ਪਰਸਨ ਆ ਉਹ ਐਕਸਪ੍ਰੈਸ ਕਰਨ ਦਾ ਸੋਚੂਗਾ ਨਹੀਂ, ਕਿਉਂਕਿ ਉਹ ਜੋ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ ਜਾਂ ਕਰਨ ਦਾ ਕੋਸ਼ਿਸ਼ ਕਰ ਰਿਹਾ ਹੈਗਾ ਆ, ਉਹਨੂੰ ਅੱਗੇ ਰਿਸਪੌਂਸ ਜਿਹੜਾ ਹੈ ਰਿਜੈਕਸ਼ਨ ਦਾ ਮਿਲਦਾ ਆ. ਫਿਰ ਉਸ ਬੰਦੇ ਨੂੰ ਹੋ ਜਾਂਦਾ ਇੱਥੇ ਸੇਫ ਨਹੀਂ ਹੈਗਾ ਐਕਸਪ੍ਰੈਸ਼ਨ ਕਰਨਾ. ਸੋ ਆਈ ਸੀ ਦੈਟ ਅ ਲੋਟ ਇਨ ਮਾਈ ਪੇਸ਼ੈਂਟਸ, ਖਾਸ ਕਰ ਰਿਲੇਸ਼ਨਸ਼ਿਪਸ ਦੇ ਵਿੱਚ, ਹੈ ਨਾ, ਮਮ ਡੈਡ ਦੇ ਨਾਲ ਜਾਂ ਹਸਬੈਂਡ ਵਾਈਫ ਦੇ ਨਾਲ. ਸੈਕੰਡ ਥਿੰਗ ਆਪਾਂ ਤੁਸੀਂ ਇੱਕ ਗੱਲ ਕਹੀ ਸੀਗੀ ਵੀ ਆਪਾਂ ਨੂੰ ਨਾ ਕਹਿ ਦੇਣੀ ਚਾਹੀਦੀ ਹੈ ਜਾਂ ਐਕਸਪ੍ਰੈਸ਼ਨ ਕਰ ਲੈਣਾ ਚਾਹੀਦਾ ਆ, ਪਰ ਕਿੱਦਾਂ ਅਸੀਂ ਐਕਸਪ੍ਰੈਸ ਕਰਦੇ ਇਹ ਵੀ ਜ਼ਰੂਰੀ ਹੈਗਾ ਆ. ਕਿਉਂਕਿ ਕਈ ਲੋਕੀ ਹੁੰਦੇ ਆ they will express and they will express so much ਵੀ ਉਹਨਾਂ ਦੀ ਐਕਸਪ੍ਰੈਸ਼ਨ ਹੀ ਕਿਸੇ ਹੋਰ ਨੂੰ ਹਰਟ ਕਰ ਜਾਂਦੀ ਹੈਗੀ ਆ, ਰਾਈਟ? ਸੋ ਇਮੋਸ਼ਨਲ ਜਿਹੜੀ ਹੈਗੀ ਆ ਲਾਇਬਿਲਿਟੀ and then also emotionally control ਨਹੀਂ ਆਪਣਾ ਕਰ ਹੋਣਾ ਆਪਣੇ ਤੋਂ, ਹੈ ਨਾ, ਉਹ ਵੀ good ਨਹੀਂ ਹੈਗਾ. So expression ਦਾ, you know, we can say it, but in mental health and you know medical literature ਜਿਹੜੀ expression ਹੈਗੀ ਆ ਉਹਦਾ ਤੌਰ ਤਰੀਕਾ ਆ ਇੱਕ ਅਦਾ ਹੁੰਦੀ ਹੈ ਇੱਕ ਤਰ੍ਹਾਂ ਸਿੱਖਣੀ, you know, is if we could say it in something more poetic and beautiful. Yes. ਇਹ ਕਿੱਦਾਂ ਕਰਨਾ ਹੈ ਇਹ ਵੀ ਸਿੱਖਣਾ ਜ਼ਰੂਰੀ ਆ. And most ਇਹ ਚੀਜ਼ਾਂ ਸਾਨੂੰ ਸਕੂਲ 'ਚ ਸਿਖਾਈਆਂ ਨਹੀਂ ਜਾਂਦੀਆਂ. ਸਹੀ. You know, so these are some things, so I think the younger generation is becoming more cognizant about. So ਜਿਹੜੀ ਸਾਡੀ younger generation ਆ ਉਹ ਕਈ ਚੀਜ਼ਾਂ ਡਿਸਕਸ ਹੁਣ ਕਰਨ ਲੱਗੇ ਹੈਗੇ ਆ ਵੀ ਇੱਦਾਂ ਆਪਾਂ ਨੇ ਗੱਲ ਕਰਨੀ ਹੈਗੀ ਆ, ਕਿਸੇ ਨੂੰ ਹਰਟ ਨਹੀਂ ਕਰਨਾ, ਪਰ ਐਕਸਪ੍ਰੈਸ ਇਮੋਸ਼ਨਸ ਜਿਹੜੇ ਕਰਨੇ ਆ ਸੇਫਲੀ ਕਿੱਦਾਂ ਕਰ ਸਕਦੇ ਆ ਪਰ ਹਾਰਮਫੁਲ ਵੀ ਨਾ ਹੋਣ, ਹੈ ਨਾ? I think, Dr. Gagan, lots of people now are navigating. Yes. ਕਿ ਕਿਵੇਂ ਅਸੀਂ ਜੇ ਹੋਸ਼ ਹੋ ਗਿਆ ਜੋ ਸਾਡੇ ਨਾਲ ਹੋ ਗਿਆ, ਪਰ ਨਾਓ ਲੈਟਸ ਟੇਕ ਕੰਟਰੋਲ, ਕੁਛ ਤਾਂ ਕੋਸ਼ਿਸ਼ ਆਪਣੇ ਵੱਲੋਂ ਕੀਤੀ ਜਾਵੇ, ਬਿਕਾਜ਼ ਇਟ ਆਲ ਕਮਸ ਡਾਊਨ ਟੂ ਇਮੋਸ਼ਨਸ, ਯੋਰ ਮਾਈਂਡ, ਯੋਰ ਬੋਡੀ, ਐਂਡ ਦੈਨ ਲੇਟਰ ਔਨ ਜੇ ਰੱਬ ਨਾ ਕਰੇ ਕੋਈ ਬਿਮਾਰੀਆਂ ਵਾਲੇ ਪਾਸੇ ਚੱਲ ਗਏ, ਇਮਿਊਨਿਟੀ ਤੇ ਕਿੰਨਾ ਫਰਕ ਪੈ ਗਿਆ, ਬਹੁਤ ਫਰਕ ਪੈਂਦਾ ਆ. ਹਾਂਜੀ ਡਾਕਟਰ ਗਗਨ, ਇਮੋਸ਼ਨਸ ਨੇ ਐਕਚੁਅਲੀ ਫਿਰ ਉਹੀ ਜਦੋਂ ਆਪਾਂ ਦੇ ਗੋ ਔਰੀ ਤੇ ਅਸੀਂ ਕਹਿੰਦੇ ਆ ਇਹ ਸਟ੍ਰੈਸ ਦੇ ਕਰਕੇ ਇਦਾਂ ਹੋ ਗਿਆ, ਪਰ ਜੇ ਤੁਸੀਂ ਇਹ ਐਕਸਪਲੇਨ ਕਰਨਾ ਹੋਵੇ ਕਿ ਕਿੱਦਾਂ ਸਾਡੀ ਬਾਡੀ ਦੇ ਵਿੱਚ ਚੇਂਜ ਆਉਂਦੀ ਆ ਉਹਨਾਂ ਇਮੋਸ਼ਨਸ ਦੇ ਇੰਬੈਲੈਂਸ ਹੋਣ ਦੇ ਨਾਲ, ਕਿ ਵੀ ਅਸੀਂ ਬੈਲੈਂਸ ਨਹੀਂ ਸੋਚ ਪਾ ਰਹੇ ਜਾਂ ਬਹੁਤ ਦੁੱਖ ਮਹਿਸੂਸ ਕਰਦੇ ਆ ਅਸੀਂ ਐਂਡ ਕ੍ਰੋਨਿਕ ਸਟ੍ਰੈਸ ਦੇ ਅੰਡਰ. ਸੋ emotions both ਤਰ੍ਹਾਂ ਦੇ ਹੈਗੇ ਆ, right? So let's talk about some basic emotions. So ਆਪਾਂ ਗੁੱਸੇ ਦੇ ਬਾਰੇ ਗੱਲ ਕਰਦੇ ਆ. ਪਹਿਲਾਂ ਜਿਹੜਾ ਗੁੱਸਾ ਹੈਗਾ ਆ, anger, ਉਹ ਆਪਣੀ ਬਾਡੀ ਨੂੰ ਕੀ ਕਰਦਾ ਹੈਗਾ ਆ. ਜਦੋਂ ਕੋਈ angry ਹੁੰਦਾ ਆ ਤੁਸੀਂ ਪਹਿਲਾਂ ਉਹਨਾਂ ਦੀ ਬਾਡੀ ਦੇਖਿਓ ਕੀ ਹੁੰਦੀ ਆ. ਉੱਪਰ ਤੋਂ ਜਿਹੜੇ ਉਹਨਾਂ ਦੇ ਮੋਢੇ ਹੁੰਦੇ ਆ they're tense and tight. ਕਈ ਵਾਰੀ ਹੱਥ ਵੀ ਜਿਹੜੇ ਹੁੰਦੇ ਆ they're clenched, right? So body ਜਿਹੜੀ ਆ tight ਹੋ ਜਾਂਦੀ ਆ, relaxation mode ਦੇ ਵਿੱਚ ਨਹੀਂ ਹੁੰਦੀ ਹੈਗੀ, right? And sometimes anger is justified and can be helpful, ਪਰ ਕਈ ਵਾਰੀ ਇਹ harm ਵੀ ਬਹੁਤ ਕਰ ਸਕਦਾ ਆ. So ਜਦੋਂ ਆਪਾਂ angry ਹੁੰਦੇ ਆ it's a form of stress. ਸਾਡੀ ਬਾਡੀ 'ਤੇ ਇੱਕ ਤਰ੍ਹਾਂ ਸਟ੍ਰੈਸ ਰਿਸਪੌਂਸ ਹੁੰਦਾ ਆ. ਸੋ ਆਪਣੇ ਜਿਹੜੇ ਸਟ੍ਰੈਸ ਹਾਰਮੋਨਸ ਹੋ ਜਾਂਦੇ ਆ ਉਹ ਥੋੜ੍ਹੇ ਜਿਹੇ ਸਪਾਈਕ ਹੋਣ ਲੱਗ ਜਾਂਦੇ ਆ ਐਟ ਦੈਟ ਟਾਈਮ, ਹੈ ਨਾ? ਸੋ ਆਪਣੀ ਅਡਰੈਨਲਿਨ ਕਹਿ ਲਓ, ਨੋਰਐਪਿਨੈਫ੍ਰਿਨ ਕਹਿ ਲਓ, ਆਪਣਾ ਕੋਰਟੀਜ਼ੋਲ ਲੈਵਲ ਕਹਿ ਲਓ, ਇਹ ਸਾਰੇ ਐਟ ਦੈਟ ਟਾਈਮ ਸਪਾਈਕ ਹੋ ਜਾਂਦੇ ਆ. ਐਟ ਦੈਟ ਟਾਈਮ ਆਲਸੋ ਆਪਣਾ ਬਲੱਡ ਪ੍ਰੈਸ਼ਰ ਵੀ ਉੱਪਰ ਚੱਲ ਜਾਂਦਾ ਹੈਗਾ ਆ. ਸੋ ਆਈ ਆਲਵੇਜ਼ ਟੈਲ ਪੇਸ਼ੈਂਟਸ ਵੀ ਤੁਸੀਂ ਜੇ ਰੈਗੂਲਰ ਬਲੱਡ ਪ੍ਰੈਸ਼ਰ ਰੀਡਿੰਗਸ ਲੈਣੀ ਆ, ਮੇਕ ਸ਼ੋਰ ਯੂ ਆਰ ਸਿਟਿੰਗ ਫॉर 5 to 10 minutes. You're relaxed, ਕੋਈ ਸਟ੍ਰੈਸ ਵਾਲੀ ਗੱਲ ਨਹੀਂ ਹੋਵੇ, you're not in pain, ਤੇ ਉਦੋਂ ਰੀਡਿੰਗਸ ਲੈ ਕੇ ਆਉਣੀ ਆ ਮੇਰੇ ਕੋਲ. So I see on a non-stressful day what your readings are. But so ਇਹ ਸਾਡੀ ਬਾਡੀ 'ਤੇ ਕਾਫੀ ਅਸਰ ਕਰਦੇ ਆ, ਕਿਉਂਕਿ ਜਿਹੜੇ ਹਾਰਮੋਨਸ ਵੀ ਹੈਗੇ ਆ ਇਹ ਸ਼ੂਗਰ ਨੂੰ ਵਧਾਉਂਦੇ ਆ ਸਾਡੀ ਬਾਡੀ ਦੇ ਵਿੱਚ, ਹੈ ਨਾ? ਬਲੱਡ ਪ੍ਰੈਸ਼ਰ ਨੂੰ ਵਧਾਉਂਦੇ ਹੈਗੇ ਆ. ਅਤੇ ਜਿਹੜੀ ਦੂਜੀ ਬਾਡੀ ਦੀ ਫੰਕਸ਼ਨਸ ਹੁੰਦੀ ਆ ਜਿਵੇਂ ਰੈਸਟ, ਰਿਲੈਕਸੇਸ਼ਨ ਜਾਂ ਪ੍ਰੋਟੀਨ ਬਿਲਡਿੰਗ ਦਾ, ਉਹਨੂੰ ਕਹਿ ਦਿੰਦੇ ਆ ਹਲੇ ਹਟੋ, ਹਲੇ ਵੀ ਨੀਡ ਟੂ ਫੋਕਸ ਔਨ ਦਿਸ ਇਸ਼ੂ ਰਾਈਟ ਨਾਓ. ਅਤੇ ਅਸੀਂ ਸ਼ੂਗਰ ਹਲੇ ਵਧਾਉਣੀ ਹੈਗੀ ਆ ਬਾਡੀ ਦੇ ਵਿੱਚ, ਕਿਉਂਕਿ
ਐਂਗਰ ਹੋ ਰਿਹਾ ਸਟ੍ਰੈਸ ਹੋ ਰਿਹਾ ਬਾਡੀ ਦੇ ਵਿੱਚ ਦੈਟ ਮੀਨਸ ਸ਼ੂਗਰ ਸਾਨੂੰ ਲੋੜ ਪਊਗੀ ਟੂ ਯੂਜ਼ ਇਟ ਰਾਈਟ ਮੈਂਟਲ ਫੰਕਸ਼ਨਸ ਲਈ ਤੇ ਬਾਡੀ ਦੇ ਹੋਰ ਫੰਕਸ਼ਨਸ ਦੇ ਲਈ ਸੋ ਐਂਗਰ ਦੇ ਨਾਲ ਇੱਦਾਂ ਦੀ ਸੋਰਟ ਆਫ ਬਾਡੀਜ਼ ਦੇ ਵਿੱਚ ਚੇਂਜਸ ਆਉਂਦੀਆਂ ਹੁਣ ਜੇ ਕੋਈ ਸੈਡ ਹੁੰਦਾ ਹੋਵੇ ਹੈ ਨਾ ਸੈਡ ਨੂੰ ਪੰਜਾਬੀ ਵਿੱਚ ਉਦਾਸ ਹਾਂਜੀ ਉਦਾਸ ਹੁੰਦਾ ਹੋਵੇ ਕੋਈ ਤੇ ਉਹ ਉਦਾਸੀ ਕਾਫੀ ਲੰਬੇ ਲੈਵਲ 'ਤੇ ਹੁੰਦੀ ਹੋਵੇ ਫਿਰ ਸਾਨੂੰ ਕਈ ਵਾਰੀ ਅਸੀਂ ਕਹਿ ਦਿੰਦੇ ਨਾ ਬ੍ਰੇਨ ਫੌਗ ਚੰਗੀ ਤਰ੍ਹਾਂ ਸੋਚ ਨਹੀਂ ਹੁੰਦਾ ਹੈਗਾ ਚੀਜ਼ਾਂ ਅਸੀਂ ਭੁੱਲ ਜਾਂਦੇ ਹੈਗੇ ਆ ਉਹ ਜਿਹੜੀ ਹੈਗੀ ਆ ਆਪਣੀ ਇਹ ਵੀ ਹੋ ਜਾਂਦਾ ਆ ਖਾਣੇ ਪੀਣੇ ਨੂੰ ਵੀ ਅਫੈਕਟ ਕਰਨ ਲੱਗ ਜਾਂਦੀ ਆ ਸਾਡੀ ਨੀਂਦ ਨੂੰ ਵੀ ਅਫੈਕਟ ਹੋਣ ਲੱਗ ਜਾਂਦਾ ਹੈਗਾ ਆ ਸੋ ਅਸੀਂ ਚੰਗੀ ਤਰ੍ਹਾਂ ਸੌ ਨਹੀਂ ਪਾਉਂਦੇ ਜਾਂ ਸਾਨੂੰ ਹੁੰਦਾ ਹੈ ਸਾਡੇ ਤੋਂ ਉੱਠਿਓ ਨਹੀਂ ਹੋ ਰਿਹਾ ਹੈਗਾ ਸੋ ਐਂਡ ਯੂਲ ਨੋਟਿਸ ਸਮਬਡੀ ਹੂ ਇਜ਼ ਜੇ ਕੋਈ ਜ਼ਿਆਦਾ ਉਦਾਸ ਹੈਗਾ ਆ ਕਈ ਵਾਰੀ ਉਹਨਾਂ ਦੇ ਵਿੱਚ ਐਨਰਜੀ ਬਿਲਕੁਲ ਘਟੀ ਹੋਈ ਹੁੰਦੀ ਆ ਉਹਨਾਂ ਤੋਂ ਐਨਰਜੀ ਹੁੰਦੀ ਨਹੀਂ ਹੈਗੀ ਦੈਟ ਦੇ ਕੈਨ ਡੂ ਵੈਰੀ ਮੱਚ ਸੋ ਇਹ ਵੀ ਤੁਸੀਂ ਦੇਖੋਗੇ ਨਾ ਇਹ ਬਾਡੀ 'ਤੇ ਜਿਹੜੇ ਇਫੈਕਟਸ ਹੁੰਦੇ ਆ ਸਮਬਡੀ ਹੂਜ਼ ਐਂਗਰੀ ਗੁੱਸੇ 'ਚ ਕੋਈ ਹੁੰਦਾ ਆ ਜਾਂ ਉਦਾਸ ਹੁੰਦਾ ਆ ਬਾਡੀ ਦੇ ਉੱਤੇ ਕਿੰਨਾ ਉਸ ਇਮੋਸ਼ਨ ਨੇ ਇਫੈਕਟ ਲਿਆ ਹੁੰਦਾ ਹੈਗਾ ਆ ਐਂਡ ਇਟਸ ਵੈਰੀ ਟਰੂ ਵੀ ਜਿਹੜੇ ਮਾਈਂਡ ਜਿਵੇਂ ਤੁਸੀਂ ਕਹਿ ਰਹੇ ਸੀ ਡਾਕਟਰ ਗੈਬਰ ਮਾਰਟੇ ਨੇ ਕਿਹਾ ਹੈਗਾ ਆ ਵੀ ਜਿਹੜਾ ਮਾਈਂਡ ਅਤੇ ਬਾਡੀ ਦਾ ਕਨੈਕਸ਼ਨ ਹੈਗਾ ਆ ਉਹ ਬਿਲਕੁਲ ਹੈਗਾ ਆ ਅਤੇ ਜੇ ਆਪਾਂ ਇਹਨੂੰ ਇਗਨੋਰ ਕਰ ਦਈਏ ਅਤੇ ਬਾਡੀ ਨੂੰ ਇੱਕ ਤਰ੍ਹਾਂ ਕੱਟ ਕੇ ਕਹਿੰਦੇ ਆ ਵੀ ਇਹ ਅੱਡ ਚੀਜ਼ ਆ ਇਹਨੂੰ ਅੱਡ ਟਰੀਟ ਕਰੀਏ ਜਿਹੜਾ ਦਿਮਾਗ ਹੈਗਾ ਆ ਆਪਣਾ ਮਨ ਆ ਉਹ ਅੱਡ ਆ ਐਂਡ ਦੈਟਸ ਨਾਟ ਅ ਵੇ ਟੂ ਪ੍ਰੈਕਟਿਸ ਮੈਡੀਸਨ ਔਰ ਲਾਈਫ ਹੈ ਨਾ ਕਿਉਂਕਿ ਦੋਨਾਂ ਦਾ ਇਹ ਰਿਲੇਸ਼ਨਸ਼ਿਪ ਹੈਗਾ ਆ ਬਿਲਕੁਲ ਰਾਈਟ ਅੱਛਾ ਕੁਝ ਹੋਰ ਸਿੰਪਟਮਸ ਜਿਹੜੇ ਅਸੀਂ ਸੁਣਦੇ ਹਾਂ ਤੁਹਾਨੂੰ ਤਾਂ ਜ਼ਿਆਦਾ ਪਤਾ ਆ ਕਈ ਵਾਰੀ ਲੋਕ ਕਹਿੰਦੇ ਆ ਕਿ ਮੇਰਾ ਸਿਰ ਦਰਦ ਦੀ ਤਕਲੀਫ ਬਹੁਤ ਵੱਧ ਗਈ ਹੈ ਬਿਕਾਜ਼ ਕ੍ਰੋਨਿਕ ਸਟ੍ਰੈਸ 'ਚ ਰਹਿੰਦੇ ਆਏ ਫਿਰ ਨੋ ਡਾਊਟ ਅਸੀਂ ਮੈਂਟਲ ਹੈਲਥ ਦੀ ਜੇ ਐਂਗਜ਼ਾਈਟੀ ਜਾਂ ਡਿਪਰੈਸ਼ਨ ਵਾਲੇ ਪਾਸੇ ਚੱਲ ਗਏ ਐਜ਼ ਯੂ ਸੈਡ ਐਨਰਜੀ ਲੋ ਆ ਬਟ ਐਟ ਦ ਸੇਮ ਟਾਈਮ ਕਿਸੇ ਦੇ ਸਟਮਕ ਏਕ ਹੋਣ ਲੱਗ ਜਾਣਾ ਕਿਸੇ ਦੇ ਅਲਸਰਸ ਹੋਣ ਲੱਗ ਜਾਣਾ ਇਜ਼ ਦੈਟ ਟਰੂ ਕਿ ਇੱਦਾਂ ਵੀ ਹੋ ਜਾਂਦਾ ਹਾਂਜੀ ਐਬਸੋਲੂਟਲੀ ਅਸੀਂ ਇੱਕ ਹੈਡੇਕ ਦੀ ਹੈਡੇਕਸ ਦਾ ਕਲਾਸੀਫਿਕੇਸ਼ਨ ਹੁੰਦੇ ਆ ਜਦੋਂ ਅਸੀਂ ਪੇਸ਼ੈਂਟਸ ਆਉਂਦੇ ਹੈਗੇ ਆ ਅਸੀਂ ਉਹਨਾਂ ਨੂੰ ਸਵਾਲ ਪੁੱਛਦੇ ਹਾਂ ਵੀ ਕਿੱਥੇ ਦਰਦ ਹੁੰਦਾ ਆ ਕੀ ਹੁੰਦਾ ਆ ਇੱਦਾਂ ਦੇ ਸਵਾਲ ਪੁੱਛ ਕੇ ਅਸੀਂ ਕੈਟੇਗਰੀ 'ਚ ਪਾਉਂਦੇ ਹਾਂ ਸੋ ਇੱਕ ਕਲਾਸ ਆਫ ਹੈਡੇਕ ਹੁੰਦੀ ਆ ਟੈਂਸ਼ਨ ਹੈਡੇਕ ਸੋ ਲਿਟਰਲੀ ਕਲਾਸ ਆਫ ਹੈਡੇਕ ਦੀ ਉਹ ਅਸੀਂ ਬਣਾਈ ਹੋਈ ਆ ਵੀ ਟੈਂਸ਼ਨ ਕਰਕੇ ਹੈਡੇਕ ਹੁੰਦੀ ਆ ਜੀ ਸੋ ਲੋਟ ਆਫ ਪੀਪਲ ਇਹ ਜਿਹੜੀ ਟੈਂਸ਼ਨ ਹੈਡੇਕ ਹੁੰਦੀ ਆ ਆਪਣੇ ਅਸੀਂ ਕਹਿੰਦੇ ਆ ਬੈਂਡ ਲਾਈਕ ਡਿਸਟਰੀਬਿਊਸ਼ਨ ਹੁੰਦਾ ਆ ਦੈਟ ਮੀਨ ਸਿਰ ਦੇ ਮੰਗੋ ਐ ਹੁੰਦਾ ਆ ਵਾਈਸ ਨਹੀਂ ਕੋਈ ਪੁਸ਼ ਕਰ ਰਿਹਾ ਹੈਗਾ ਇੱਦਾਂ ਮਹਿਸੂਸ ਹੁੰਦਾ ਆ ਤੇ ਅ ਲੋਟ ਆਫ ਟਾਈਮਸ ਪੀਪਲ ਨੂੰ ਸਰਟਨ ਟਾਈਮ ਪੁਆਇੰਟਸ ਜਦੋਂ ਸਟ੍ਰੈਸ ਹੁੰਦੀ ਹੈਗੀ ਆ ਉਦੋਂ ਜ਼ਿਆਦਾ ਉਹ ਹੁੰਦਾ ਆ ਫੋਰ ਐਗਜ਼ਾਮਪਲ ਜੇ ਕੋਈ ਕੰਮ 'ਤੇ ਜਾਂਦਾ ਹੈ ਕੰਮ 'ਤੇ ਜ਼ਿਆਦਾ ਸਟ੍ਰੈਸਫੁਲ ਜੌਬ ਆ ਸ਼ਾਮ ਨੂੰ ਜ਼ਿਆਦਾ ਹੁੰਦੀ ਹੈਗੀ ਆ ਉਹਦੀ ਥਿੰਗਸ ਲਾਈਕ that because all day they've been stressed out right if ਕੋਈ family ਦੇ ਵਿੱਚ ਕੋਈ ਗੱਲ ਹੁੰਦੀ ਹੋਵੇ yes headaches ਜ਼ਿਆਦਾ ਹੋ ਜਾਣੇ stress ਕਰਕੇ right ਇਹ ਬਿਲਕੁਲ ਗੱਲ ਹੈਗੀ ਆ ਦੂਜੀ ਗੱਲ ਆ ਇੱਕ ਟਾਈਪ ਆਫ ਹੈਡੇਕ ਹੁੰਦਾ ਆ ਟ੍ਰਿਗਰ ਪੁਆਇੰਟ ਹੈਡੇਕ ਕਹਿੰਦੇ ਆ ਇਹ ਪਿੱਛੇ ਜਿਹੜੇ ਸਾਡੇ ਟਰੈਪਸ ਹੁੰਦੇ ਹੈਗੇ ਆ ਮਸਲਸ ਇਨ ਦ ਬੈਕ ਆਫ ਆਵਰ ਨੈਕ ਇਹ ਉੱਪਰ ਨੈਕ ਤੋਂ ਜਾ ਕੇ ਪਿੱਛੇ ਦੀ ਜਿਹੜੀ ਪੇਨ ਹੈਗੀ ਆ ਸਮਟਾਈਮਸ ਇਟ ਕੈਨ ਈਵਨ ਕਾਜ਼ ਅ ਮਾਈਗ੍ਰੇਨ ਹੈਡੇਕ ਹੈ ਨਾ ਸੋ ਉਹ ਜਦੋਂ ਆਪਾਂ ਸਟ੍ਰੈਸ ਵਿੱਚ ਰਹਿੰਦੇ ਮੈਂ ਕਹਿੰਦੀ ਨਹੀਂ ਅਸੀਂ ਬਾਡੀ ਜਿਹੜੀ ਅਪਰ ਬਾਡੀ ਸਾਡੀ ਹੁੰਦੀ ਆ ਸਟਿਫ ਰਹਿੰਦੀ ਆ ਉਹ ਕ੍ਰੋਨਿਕਲੀ ਦਾ ਰਹਿਣ ਕਰਕੇ ਇੱਦਾਂ ਦੇ ਹੈਡੇਕਸ ਵੀ ਹੋ ਸਕਦੇ ਹੈਗੇ ਆ ਸੋ ਦੋਜ਼ ਆਰ ਐਗਜ਼ਾਮਪਲਸ ਆਫ ਟੂ ਹੈਡੇਕਸ ਜਿਹੜੇ ਸਾਡੇ ਸਟ੍ਰੈਸ ਨਾਲ ਹੁੰਦੇ ਆ ਤੁਸੀਂ ਅਲਸਰਸ ਦੀ ਗੱਲ ਕੀਤੀ ਸੀਗੀ ਸੋ ਪੈਪਟਿਕ ਅਲਸਰਸ ਜਿਹੜੇ ਹੁੰਦੇ ਆ ਬਿਲਕੁਲ ਸਾਡੀ ਐਸਿਡਿਟੀ ਜਿਹੜੀ ਹੁੰਦੀ ਹੈ ਸਟ੍ਰੈਸ ਦੇ ਨਾਲ ਵੱਧ ਸਕਦੀ ਹੈਗੀ ਹੈ ਜਿਹੜੀ ਪੇਟ ਦੀ ਐਸਿਡਿਟੀ ਹੁੰਦੀ ਆ ਸੋ ਜਿਹੜੀ ਐਸਿਡਿਟੀ ਹੁੰਦੀ ਹੈਗੀ ਆ ਸਾਡੇ ਖਾਣੇ ਦੇ ਨੇੜੇ ਜਦੋਂ ਸਮੈਲ ਖਾਣ ਲੱਗਦੇ ਆ ਫੂਡ ਉਦੋਂ ਥੋੜ੍ਹੀ ਜਿਹੀ ਸਟਮਕ ਬਣਾਉਣ ਲੱਗ ਜਾਂਦਾ ਪਰ ਜਦੋਂ ਸਟ੍ਰੈਸ ਕ੍ਰੋਨਿਕ ਸਟ੍ਰੈਸ ਹੁੰਦੀ ਆ ਉਦੋਂ ਵੀ ਸਾਡੇ ਪੇਟ ਦੇ ਵਿੱਚ ਐਸਿਡਿਟੀ ਵੱਧ ਜਾਂਦੀ ਹੈਗੀ ਆ ਅਤੇ ਉਹਦੇ ਨਾਲ ਜਿਹੜੀ ਐਸਿਡਿਟੀ ਜੇ ਜ਼ਿਆਦਾ ਹੱਦ ਤੋਂ ਵੱਧ ਜਾਵੇ ਸਾਡੇ ਪੇਟ ਦੇ ਵਿੱਚ ਫਿਰ ਉਹ ਸਾਡੇ ਪੇਟ ਨੂੰ ਖਾਣ ਲੱਗ ਜਾਂਦੀ ਆ ਸੋ ਉਹਦੇ ਵਿੱਚ ਸਾਡੇ ਅਲਸਰਸ ਬਣਨ ਲੱਗ ਜਾਂਦੇ ਹੈਗੇ ਆ ਯਾ ਸੋ ਇਹ ਬਿਲਕੁਲ ਦਿਮਾਗ ਦਾ ਅਤੇ ਬਾਡੀ ਦਾ ਜਿਹੜਾ ਹੈਗਾ ਆ ਕਨੈਕਸ਼ਨ ਜ਼ਰੂਰੀ ਹੈਗਾ ਆ ਡਾਕਟਰ ਸੰਧੂ ਇਹ ਤਾਂ ਹੈ ਵੈਸੇ ਕਿ ਜਦੋਂ ਤੁਸੀਂ ਠੀਕ ਨਹੀਂ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਵੀ ਦੇਖਦੇ ਹੋ ਕਿ ਦੀ ਵਾਈਬ ਇਜ਼ ਡਿਫਰੈਂਟ ਐਂਡ ਯੂ ਫੀਲ ਸਲੋ ਤੁਹਾਨੂੰ ਆਲੇ ਦੁਆਲੇ ਵੀ ਚੰਗਾ ਨਹੀਂ ਲੱਗਦਾ ਐਂਡ ਜਿਹੜੀ ਇੰਟਰੈਕਸ਼ਨ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਹ ਵੀ ਨਹੀਂ ਹੋ ਪਾਉਂਦੀ
ਨਹੀਂ ਇਹ ਗੱਲ ਬਿਲਕੁਲ ਠੀਕ ਆ ਜਦੋਂ ਅਸੀਂ ਸਟ੍ਰੈਸਡ ਆਊਟ ਹੁੰਦੇ ਹੈਗੇ ਆ ਜਾਂ ਡਿਪਰੈਸਡ ਹੁੰਦੇ ਆ ਜਾਂ ਐਂਕਸ਼ੀਅਸ ਹੁੰਦੇ ਆ ਲਾਈਕ ਕਾਫੀ ਚੇਂਜਸ ਆ ਜਾਂਦੀਆਂ ਹੈਗੀਆਂ ਸਾਡੇ ਰਿਲੇਸ਼ਨਸ਼ਿਪਸ ਦੇ ਵਿੱਚ ਵੀ ਹੈ ਨਾ ਪਰ ਮੈਂ ਇਹ ਵੀ ਨਹੀਂ ਕਹਿਣਾ ਚਾਹੂੰਗੀ ਜਿੱਦਾਂ ਅਸੀਂ ਪੀਪਲ ਪਲੀਜ਼ਿੰਗ ਦੀ ਗੱਲ ਕੀਤੀ ਸੀ ਵੀ ਹਰ ਵੇਲੇ ਤੁਹਾਨੂੰ ਖੁਸ਼ ਰਹਿਣਾ ਚਾਹੀਦਾ ਆ ਜੇ ਤੁਸੀਂ ਨਹੀਂ ਗੁੱਡ ਫੀਲ ਕਰ ਰਹੇ ਹੈਗੇ ਰਾਈਟ ਜਾਂ ਬੱਚੇ ਦੇ ਸਾਹਮਣੇ ਫੇਕ ਕਰਨਾ ਚਾਹੀਦਾ ਆ that I'm feeling perfectly fine authenticity ਵੀ ਬਹੁਤ ਜ਼ਰੂਰੀ ਆ ਸਹੀ ਸੋ ਇਟਸ ਵੈਰੀ ਨੈਚੁਰਲ ਜੇ ਸਾਡੀ ਫਰੈਂਡ ਨਾਲ ਕੋਈ ਫਾਈਟ ਹੋਈ ਹੋਵੇ ਤੇ ਅਸੀਂ ਉਦਾਸ ਹੋ ਗਏ ਵੀ ਸ਼ਾਇਦ ਮੈਨੂੰ ਨਹੀਂ ਕਹਿਣਾ ਚਾਹੀਦਾ ਸੀ ਜਾਂ ਸ਼ਾਇਦ ਦਾ ਬੈਡ ਫੀਲ ਹੋ ਰਿਹਾ ਵੀ ਉਹਨੇ ਮੈਨੂੰ ਕਿਉਂ ਕਿਹਾ ਇਹ ਵੈਰੀ ਨੋਰਮਲ ਹੈਗਾ ਆ ਪਰ ਇਹਦੇ ਨਾਲ ਡੀਲ ਕਿੱਦਾਂ ਕਰਨੀ ਆ ਉਹਦੇ ਜਿਵੇਂ ਆਪਾਂ ਨੇ ਟੂਲਸ ਸਿੱਖਣੇ ਉਹ ਵੀ ਬਹੁਤ ਜ਼ਰੂਰੀ ਆ ਰਾਈਟ ਕਿਉਂਕਿ ਜਿੱਦਾਂ ਮੈਂ ਕਿਹਾ ਆ ਅਸੀਂ ਗੁੱਡ ਵੇ ਵੀ ਡੀਲ ਕਰ ਸਕਦੇ ਹਾਂ ਜਾਂ ਬੈਡ ਵੇ ਵੀ ਡੀਲ ਕਰ ਸਕਦੇ ਹਾਂ ਹੁਣ ਅਸੀਂ ਘਰੇ ਆ ਕੇ ਸਾਡੀ ਕਿਤੇ ਕੰਮ ਤੇ ਕੋਈ ਪ੍ਰੋਬਲਮ ਹੋਈ ਹੋਵੇ ਘਰੇ ਆ ਕੇ ਅਸੀਂ ਡੌਗੀ ਰੱਖਿਆ ਡੌਗੀ ਨੂੰ ਲੱਤ ਮਾਰੀਏ ਵਾਈਫ ਨੂੰ ਜਾ ਕੇ ਗਾਲਾਂ ਕੱਢੀਏ ਤੇ ਉਹ ਕਰੀਏ ਦੈਟਸ ਨਾਟ ਅ ਗੁੱਡ ਵੇ ਟੂ ਡੀਲ ਵਿਦ ਆਵਰ ਇਮੋਸ਼ਨਸ ਦੈਟਸ ਰਾਈਟ ਬਟ ਅਸੀਂ ਐਵੇਂ ਨਹੀਂ ਕਹਿ ਰਹੇ ਹੈਗੇ ਵੀ ਦਬਾ ਕੇ ਵੀ ਰੱਖੋ ਰਾਈਟ ਸੋ ਇਨ ਬਿਟਵੀਨ ਦੇਰਸ ਅ ਬੈਲੈਂਸ ਰਾਈਟ ਸਾਰਿਆਂ ਨੂੰ ਐਵੇਂ ਨਹੀਂ ਕਹਿਣਾ ਸਾਰਾ ਕੁਛ ਬਹੁਤ ਵਧੀਆ ਆ ਪੁੱਟ ਅ ਸਮਾਈਲ ਔਨ ਮਾਈ ਫੇਸ ਵੀ ਮੈਂ ਠੀਕ ਹਾਂ ਪਰ ਉਹਦੇ ਦੋਨਾਂ ਚੀਜ਼ਾਂ ਦੇ ਵਿੱਚ ਉਹ ਦੋਨੇ ਚੀਜ਼ਾਂ ਬੈਡ ਆ ਰਾਈਟ ਇਨ ਬਿਟਵੀਨ ਹੋ ਸਕਦਾ ਹੈਗਾ ਆ ਕੇ if your dog's running to you ਥੋੜਾ ਜਿਹਾ ਪੈਟ ਕਰਕੇ I need space wife ਨੂੰ ਕਹਿਣਾ I had a bad day at work I'm just going to go to my room and process my emotions first ਤੇ ਥੋੜਾ ਜਿਹਾ ਆਪਣੇ ਨਾਲ ਟਾਈਮ ਲੈ ਕੇ maybe breathing exercise ਕਰਕੇ something like that would be possibly a good way to deal with your emotions. ਬਿਊਟੀਫੁਲ ਡਾਕਟਰ ਗਗਨ ਸਟ੍ਰੈਸ ਦੇ ਕਰਕੇ ਸਲੀਪ ਬਹੁਤ ਇਫੈਕਟ ਹੁੰਦੀ ਹੈ ਪਤਾ ਨਹੀਂ ਇਹ ਸਿਸਟਮ ਸ਼ਟ ਡਾਊਨ ਹੋ ਜਾਂਦਾ ਅੰਦਰੋਂ ਵਾਟਸ ਗੋਇੰਗ ਔਨ ਇਨਸਾਈਡ ਅਸੀਂ ਐਜ਼ ਲੇ ਪਰਸਨ ਕੈਨ ਨਾਟ ਅੰਡਰਸਟੈਂਡ ਪਰ ਤੁਸੀਂ ਸਮਝਾ ਸਕਦੇ ਹੋ ਹਾਂਜੀ I'll try to explain it in a very simple way ਹੈ ਨਾ ਸੋ ਜਦੋਂ ਵੀ ਅਸੀਂ ਸਟ੍ਰੈਸਡ ਹੁੰਦੇ ਹੈਗੇ ਆ ਸਾਡੇ ਹਾਰਮੋਨਸ ਬਾਡੀ ਦੇ ਵਿੱਚ ਉੱਪਰ ਥੱਲੇ ਹੁੰਦੇ ਆ ਰਾਈਟ ਐਂਡ ਇਹ ਨੋਰਮਲ ਹੈਗਾ ਆ ਸਾਡੇ ਹਾਰਮੋਨਸ ਨੂੰ ਸਟ੍ਰੈਸ ਦੇ ਵੇਲੇ ਕਰਨਾ ਵੀ ਚਾਹੀਦਾ ਆ ਇਹ ਪਰ ਜਦੋਂ ਅਸੀਂ ਸਟ੍ਰੈਸ ਆਪਣੀ ਆਪ ਮੈਨੇਜ ਨਹੀਂ ਸਲੋ ਡਾਊਨ ਨਹੀਂ ਕਰ ਸਕਦੇ ਹੈਗੇ ਇਹ ਹੁੰਦਾ ਹੈਗਾ ਆ ਜਿਹੜੀ ਸਟ੍ਰੈਸ ਦੇ ਹਾਰਮੋਨਸ ਆ ਸਾਡੀ ਸਲੀਪ ਸਾਡੀ ਹੋਰ ਵੱਖਰੀਆਂ ਪ੍ਰੋਸੈਸਿਸ ਬਾਡੀ ਦੇ ਵਿੱਚ ਉਹਨੂੰ ਅਫੈਕਟ ਕਰਨ ਲੱਗ ਜਾਂਦੀਆਂ ਹੈਗੀਆਂ ਸੋ ਫੋਰ ਐਗਜ਼ਾਮਪਲ ਜਦੋਂ ਅਸੀਂ ਸੋਣਾ ਹੁੰਦਾ ਆ ਇਹਨੂੰ ਤੁਸੀਂ ਜੇ ਗੂਗਲ ਕਰਕੇ ਦੇਖੋਗੇ ਸਲੀਪ ਹਾਈਜੀਨ ਇਹ ਇੱਕ ਤਰ੍ਹਾਂ ਲਿਸਟ ਬਣੀ ਹੋਈ ਆ ਤੌਰ ਤਰੀਕੇ ਸੌਣ ਤੋਂ ਪਹਿਲਾਂ ਜਾਂ ਦਿਨ ਵਿੱਚ ਤੁਸੀਂ ਕੀ ਕਰ ਸਕਦੇ ਹੋ ਵੀ ਤੁਹਾਡੀ ਨੀਂਦ ਬਹੁਤ ਵਧੀਆ ਆਵੇ ਰਾਈਟ ਸੋ ਨੰਬਰ 1 ਜੇ ਪੇਸ਼ੈਂਟ ਨੂੰ ਸਲੀਪ ਪ੍ਰੋਬਲਮਸ ਹੁੰਦੀਆਂ ਆ ਮੈਂ ਕਹਿੰਦੀ ਹਾਂ ਤੁਸੀਂ ਪਲੀਜ਼ ਮੈਂ ਹੈਂਡ ਆਊਟ ਪ੍ਰਿੰਟ ਕਰਕੇ ਦਿੰਦੀ ਹਾਂ ਤੁਸੀਂ ਪੜ੍ਹ ਕੇ ਦੇਖੋ ਸਲੀਪ ਹਾਈਜੀਨ ਦਾ ਹੈਂਡ ਆਊਟ ਆ what you can do to fix your sleep right so ਇੱਕ ਚੀਜ਼ ਉਹਦੇ 'ਚ ਹੈਗੀ ਆ ਵੀ try to avoid exercising right before bed ਹੈ ਨਾ ਕਿਉਂਕਿ ਜਦੋਂ ਆਪਾਂ ਐਕਸਰਸਾਈਜ਼ ਕਰਦੇ ਆ ਸਾਡੇ ਜਿਹੜੇ ਸਟ੍ਰੈਸ ਵਾਲੇ ਹਾਰਮੋਨਸ ਆ ਐਕਸਾਈਟਮੈਂਟ ਵਾਲੇ ਹਾਰਮੋਨਸ ਆ ਉਹ ਵੱਧ ਜਾਂਦੇ ਆ ਬਾਡੀ ਦੇ ਵਿੱਚ ਤੇ ਉਹਨਾਂ ਨੂੰ ਕੂਲ ਡਾਊਨ ਕਰਨ 'ਚ ਟਾਈਮ ਲੱਗ ਜਾਂਦਾ ਆ ਤੇ ਉਹਦੇ ਨਾਲ ਆਪਾਂ ਇੰਨਾ ਸੋ ਨਹੀਂ ਸਕਦੇ ਹੈਗੇ ਰਾਈਟ ਐਂਡ ਇਹ ਮੇਬੀ ਸਮ ਪੀਪਲ ਕੁਡ ਸੇ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਐਂਡ ਦੈਟਸ ਫਾਈਨ ਪਰ we're talking about the majority of people right so we need relaxation before bed ਸਾਨੂੰ ਕੋਈ ਬੈਡ ਟਾਈਮ ਰੂਟੀਨ ਜਾਂ ਬਾਥ ਜਾਂ ਇੱਦਾਂ ਕੁਛ ਜਿਹੜੀ ਬਾਡੀ ਨੂੰ ਰਿਲੈਕਸ ਕਰ ਦਿੰਦੀ ਹੈਗੀ ਆ ਜਦੋਂ ਅਸੀਂ ਉਦਾਸ ਹੁੰਦੇ ਆ ਜਾਂ ਸਾਡੇ ਇਮੋਸ਼ਨਸ ਬਹੁਤ ਵਧੇ ਹੋਏ ਹੁੰਦੇ ਆ ਸਾਡਾ ਦਿਮਾਗ ਚੱਲੀ ਜਾਂਦਾ ਆ ਕਈ ਵਾਰੀ ਲੋਕੀ ਕਹਿੰਦੇ ਆ ਮੈਂ ਜਦੋਂ ਬਿਜ਼ੀ ਰਹਿੰਦੀ ਹਾਂ ਠੀਕ ਰਹਿੰਦਾ ਆ ਪਰ ਜਦੋਂ ਮੈਂ ਬੈੱਡ ਤੇ ਜਾਣ ਲੱਗਦੀ ਆ ਮੇਰੇ ਦਿਮਾਗ ਵਿੱਚ ਬਹੁਤ ਗੱਲਾਂ ਆਉਂਦੀਆਂ ਆ ਓਵਰਥਿੰਕਿੰਗ ਯੈਸ ਸੋ ਉਹ ਯੂਜੂਅਲੀ ਕਈ ਵਾਰੀ ਅਸੀਂ ਐਂਗਜ਼ਾਈਟੀ ਦੇ ਵਿੱਚ ਜਾਂ ਅਕਿਊਟ ਸਟ੍ਰੈਸ ਰਿਐਕਸ਼ਨ ਜਾਂ ਹੋਰ ਵੱਖਰੀਆਂ ਜਿਹੜੀਆਂ ਮੈਂਟਲ ਹੈਲਥ ਦੀਆਂ ਬਿਮਾਰੀਆਂ ਉਹਦੇ ਬਾਰੇ ਸੋਚਣ ਲੱਗ ਜਾਂਦੇ ਆ ਵੀ ਇਸ ਪੇਸ਼ੈਂਟ ਨੂੰ ਇਹ ਤਾਂ ਨਹੀਂ ਹੈਗਾ ਅਤੇ ਬਿਗੇਸਟ ਥਿੰਗ ਹੈਗੀਆਂ ਇਹ ਜਿਹੜੀਆਂ ਦਿਮਾਗ ਦੇ ਵਿੱਚ ਸੋਚਾਂ ਆਈ ਜਾਂਦੀਆਂ ਉਹਨਾਂ ਨੂੰ ਰੋਕਣਾ ਕਿੱਦਾਂ ਆ ਅਤੇ ਐਵੇਂ ਨਹੀਂ ਵੀ ਰੋਕ ਕੇ ਅਸੀਂ ਦਬਾ ਕੇ ਰੱਖਣਾ ਆ ਕਿਉਂਕਿ ਉਹ ਵੀ ਬਾਡੀ 'ਚ ਪ੍ਰੋਬਲਮਸ ਕ੍ਰੀਏਟ ਕਰੂਗੀ ਪਰ ਆਪਣੇ ਆਪ ਨੂੰ ਕਿੱਦਾਂ ਸਮਝਾਉਣਾ ਹੈਗਾ ਆ ਵੀ ਦਿਸ ਇਜ਼ ਓਕੇ ਐਵਰੀਥਿੰਗ ਵਿਲ ਬੀ ਓਕੇ ਆਪਾਂ ਕੱਲ੍ਹ ਨੂੰ ਇਹਦੇ ਬਾਰੇ ਥਿੰਕ ਕਰਾਂਗੇ ਸੋ ਨਾਓ ਇਜ਼ ਦ ਟਾਈਮ ਟੂ ਸਲੀਪ ਐਂਡ ਸੋ ਉਸ ਟਾਈਮ ਕਈ ਵਾਰੀ ਸਮ ਬਰੀਥਿੰਗ ਐਕਸਰਸਾਈਜ਼ਸ ਹੁੰਦੇ ਆ ਰਾਤ ਨੂੰ ਕਰ ਸਕਦੇ ਹੈਗੇ ਆ ਜਾਂ ਕਈ ਵਾਰੀ ਜਰਨਲਿੰਗ ਕਰਨੀ ਰਾਤ ਨੂੰ ਜਸਟ ਟੂ ਗੈਟ ਇਟ ਔਨ ਪੇਪਰ ਸੌਣ ਤੋਂ ਪਹਿਲਾਂ ਰਾਈਟ ਕਈ ਤੌਰ ਤਰੀਕੇ ਹੁੰਦੇ ਆ ਦੈਟ ਮਾਈਟ ਹੈਲਪ ਵਿਦ ਦੈਟ ਅਤੇ ਕਈ ਵਾਰੀ ਜੇ ਕਿਸੇ ਦੀ ਨਰਵਸ ਸਿਸਟਮ ਬਹੁਤ ਐਮਪਡ ਅਪ ਹੋਇਆ ਹੋਵੇ ਸਮਟਾਈਮਸ ਸਾਨੂੰ ਮੈਡੀਕੇਸ਼ਨ ਵੀ ਯੂਜ਼ ਕਰਨੀ ਪੈਂਦੀ ਹੈਗੀ ਆ ਟੂ ਹੈਲਪ ਪੀਪਲਜ਼ ਐਂਗਜ਼ਾਈਟੀ ਕਮ ਡਾਊਨ ਸੋ
ਸਲੀਪ ਦੇ ਵਿੱਚ ਇਹ ਜਿਹੜੀ ਆ ਇਮੋਸ਼ਨਸ ਹੈਗੇ ਆ ਸਲੀਪ ਦੇ ਟਾਈਮ ਦੇ ਸ਼ੁਡਨਟ ਬੀ देयर ਵੀ ਸ਼ੁਡ ਪ੍ਰੋਸੈਸ them more during the day time ਤੇ ਜੇ ਰਾਤ ਨੂੰ ਆਪਾਂ ਨੂੰ ਸਟ੍ਰੈਸ ਲੱਗਦੀ ਹੈਗੀ ਆ ਤੁਸੀਂ ਕਾਉਂਸਲਰ ਨੂੰ ਜਾਂ ਸਾਈਕੋਲੋਜਿਸਟ ਨਾਲ ਗੱਲ ਕਰ ਸਕਦੇ ਹੈਗੇ ਆ ਇੱਕ sleep problems ਜੇ ਮੈਡੀਕਲ sleep problem ਨਾ ਹੋਵੇ more mental health ਹੁੰਦੀ ਹੈਗੀ ਆ ਜਾਂ ਹੋਰ ਕੋਈ ਗੱਲ ਹੁੰਦੀ ਆ sleep ਦੀ number one treatment that works the best ਉਹਦਾ ਹੈਗਾ ਆ CBTI cognitive behavioral therapy for insomnia ਉਹਦਾ ਮਤਲਬ ਹੈਗਾ ਆ ਥੈਰੇਪਿਸਟ ਸਲੀਪ ਸਪੈਸ਼ਲਿਸਟ ਜਿਹੜੇ ਥੈਰੇਪਿਸਟ ਆ ਉਹਨਾਂ ਕੋਲ ਤੁਸੀਂ ਜਾਓਗੇ ਉਹ ਤੁਹਾਨੂੰ ਸਮਝਾਉਣਗੇ ਤੌਰ ਤਰੀਕੇ ਵੀ ਸੌਣ ਤੋਂ ਪਹਿਲਾਂ ਤੁਸੀਂ ਕੀ ਕੁਛ ਕਰ ਸਕਦੇ ਆ ਕਿੱਦਾਂ ਸੋਚਣੀ ਬਦਲ ਸਕਦੇ ਆ ਵੀ ਤੁਹਾਨੂੰ ਨੀਂਦ ਬੈਟਰ ਹੋਵੇ ਸੋ ਤੁਸੀਂ ਨੋਟਿਸ ਕਰਿਆ ਮੈਂ ਕੋਈ ਡਰੱਗ ਨਹੀਂ ਦੱਸਿਆ ਹੈਗਾ ਆ ਕੋਈ ਮੈਡੀਕੇਸ਼ਨ ਨਹੀਂ ਦੱਸੀ ਹੈਗੀ ਕੋਈ ਮੈਡੀਕੇਸ਼ਨ ਦਾ ਨਾਂ ਨਹੀਂ ਲਿਆ ਹੈਗਾ ਆ ਵੀ ਤੁਸੀਂ ਇਹ ਨੀਂਦ ਦੀ ਗੋਲੀ ਲੈ ਲਓਗੇ ਤੁਹਾਡਾ ਸਲੀਪ ਬਹੁਤ ਵਧੀਆ ਹੋਗਾ ਰਾਈਟ ਐਂਡ ਉਹਦਾ ਕਾਰਨ ਆ ਕੋਈ ਇੱਦਾਂ ਦੀ ਸਲੀਪ ਦੀ ਦਵਾਈ ਨਹੀਂ ਬਣੀ ਹੈਗੀ ਜਿਹਦੇ ਨਾਲ ਜਿਹੜੀ ਆਪਣੀ ਰੀਅਲ ਸਲੀਪ ਹੁੰਦੀ ਹੈ ਦਵਾਈ ਤੋਂ ਬਿਨਾਂ ਜਿਹੜੀ ਆਪਾਂ ਆਮ ਪੈ ਕੇ ਸੋ ਕੇ 8-9 ਘੰਟੇ ਬਹੁਤ ਆਨੰਦ ਵਾਲੀ ਨੀਂਦ ਆਉਂਦੀ ਆ ਇੱਦਾਂ ਦੀ ਕੋਈ ਦਵਾਈ ਬਣੀ ਨਹੀਂ ਹੈਗੀ ਵੀ ਉਹ ਕਾਪੀ ਕਰ ਸਕੇ So a lot of them also are harmful. ਬਹੁਤ ਪ੍ਰੋਬਲਮ ਕਾਜ਼ ਕਰ ਸਕਦੀਆਂ ਸੌਣ ਵਾਲੀਆਂ ਦਵਾਈਆਂ ਕੁਛ ਹੁੰਦੀਆਂ ਹੈਗੀਆਂ ਸੋ ਮੈਂ ਪਹਿਲਾਂ ਪੇਸ਼ੈਂਟਸ ਨੂੰ ਬਹੁਤ ਅਰਜ ਕਰੂੰਗੀ ਜੇ ਮੈਡੀਕਲ ਕਾਰਨ ਜਿਵੇਂ ਸਲੀਪ ਐਪਨੀਆ ਜਾਂ ਹੋਰ ਕੋਈ ਬਿਮਾਰੀ ਨਹੀਂ ਹੈਗੀ ਵੀ ਪਹਿਲਾਂ ਤੁਸੀਂ ਜਿਹੜੇ ਇਹ ਹੈਗੇ ਆ ਸਲੀਪ ਹਾਈਜੀਨ ਆਪਣਾ ਠੀਕ ਕਰੋ ਤੇ ਆਪਣੀ cognitive behavioral therapy for insomnia ਜਿਹੜੀ ਹੈਗੀ ਆ CBTI ਇਹ ਲੈ ਕੇ ਦੇਖੋ as you said ਜਿੱਦਾਂ whatever the situation is ਜਦੋਂ ਤੁਹਾਨੂੰ ਨੀਂਦ ਮਿਲ ਜਾਂਦੀ ਹੈ ਜੇ ਬਾਡੀ ਦੇ ਵਿੱਚ ਤਰਥੱਲੀ ਮੱਚੀ ਵੀ ਹੋਵੇ ਨਾ ਉਹ ਸ਼ਾਂਤ ਹੋ ਜਾਂਦੀ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਹਾਡੀ ਬਾਡੀ while you are sleeping reconstruct ਹੁੰਦੀ ਆ ਰੀਬਿਲਡ ਹੁੰਦੀ ਆ ਤੁਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ ਯੈਸ ਤੇ ਜੇ ਕੋਈ ਪ੍ਰੋਬਲਮ ਗੱਲ ਹੁੰਦੀ ਹੈਗੀ ਆ ਆਪਾਂ ਨੂੰ ਸੋਲਵ ਨਹੀਂ ਹੁੰਦੀ ਹੈਗੀ ਰਾਈਟ ਉਹ ਰਾਤ ਨੂੰ ਜਦੋਂ ਆਪਾਂ ਜਦੋਂ ਸੌਂਦੇ ਆ ਨਾ ਸਾਡਾ ਬ੍ਰੇਨ ਉਹਦੇ ਤੇ ਕੰਮ ਕਰਦਾ ਆ ਤੇ ਸਵੇਰੇ ਕਈ ਵਾਰੀ ਤੁਸੀਂ ਉੱਠ ਕੇ ਦੇਖੋਗੇ ਜੇ ਉਹ ਪ੍ਰੋਬਲਮ ਬਾਰੇ ਫਿਰ ਸੋਚੀਏ ਸਾਨੂੰ ਆਨਸਰ ਇੰਨੀ ਛੇਤੀ ਆ ਜਾਂਦਾ ਹੈਗਾ ਆ ਨਾ ਵੀ ਲਾਈਕ ਕੱਲ ਪੂਰਾ ਦਿਨ ਮੈਂ ਕੋਸ਼ਿਸ਼ ਕੀਤਾ ਸੋਲੂਸ਼ਨ ਲੱਭਣ ਦਾ ਕੁਝ ਨਹੀਂ ਮਿਲਿਆ ਤੇ it just comes to you ਕਿਉਂਕਿ ਸਲੀਪ ਇੱਦਾਂ ਦੀ ਚੀਜ਼ ਹੈਗੀ ਆ ਵਾਓ ਐਂਡ ਕਿਸ ਤਰ੍ਹਾਂ ਦੇ ਨਾਲ ਸਾਨੂੰ ਆਪਣੇ ਆਪ ਦੀ ਸੋਚ ਦੇ ਵਿੱਚ ਬਦਲਾਅ ਲੈ ਕੇ ਆਉਣਾ ਪੈਣਾ ਆ ਕਿਉਂਕਿ ਜਿਵੇਂ ਡਾਕਟਰ ਨੇ ਦੱਸਿਆ ਕਿ ਇਹ ਸਾਈਕੋ ਨਿਊਰੋਟਿਕ ਚੀਜ਼ਾਂ ਮਿਲੀਆਂ ਹੋਈਆਂ ਨੇ ਐਟ ਦ ਸੇਮ ਟਾਈਮ ਸਾਡੀ ਇਮਿਊਨਿਟੀ ਵੀ ਇਫੈਕਟ ਹੁੰਦੀ ਹੈ ਕਿਉਂਕਿ ਬਾਅਦ 'ਚ ਜਿਹੜੇ ਸਾਡੇ ਅੰਦਰ ਦੇ ਬੋਡੀ ਹਾਰਮੋਨਸ ਆ ਉਹ ਵੀ ਇਫੈਕਟ ਹੁੰਦੇ ਆ ਜਿਹੜੇ ਕਿ ਹੋ ਸਕਦਾ ਹੈ ਜੇ ਚੰਗੇ ਤਰੀਕੇ ਨਾਲ ਨਾ ਉਹ ਪ੍ਰੋਡਿਊਸ ਹੁੰਦੇ ਹੋਣ ਜਾਂ ਉਹ ਜ਼ਿਆਦਾ ਹੋ ਜਾਂਦੇ ਹੋਣ ਤਾਂ ਫਿਰ ਉਹਦੇ ਕਰਕੇ ਬਿਮਾਰੀਆਂ ਵੀ ਲੱਗ ਸਕਦੀਆਂ ਸੋ ਇਸ ਕਰਕੇ ਬੈਲੈਂਸ ਜਿਵੇਂ ਬਾਰ-ਬਾਰ ਡਾਕਟਰ ਸੰਧੂ ਨੇ ਕਿਹਾ ਕਿ ਕਿਵੇਂ ਤੁਸੀਂ ਫਾਈਂਡ ਆਊਟ ਕਰਨਾ ਆ ਅੱਛਾ ਡਾਕਟਰ ਸੰਧੂ ਮੇਬੀ ਬਿਕਾਜ਼ ਆਫ ਦ ਸੋਸ਼ਲ ਮੀਡੀਆ ਵੀ ਗੈਟ ਟੂ ਹੀਅਰ ਐਂਡ ਰੀਡ ਲੋਟਸ ਆਫ ਦਿਸ ਕਾਈਂਡ ਆਫ ਸਟਫ ਉਹਦੇ 'ਚ ਨਾ ਫੈਂਸੀ ਵਰਡਸ ਯੂਜ਼ ਕਰਕੇ ਜਦ ਕਿ ਉਹ ਹਰ ਕੋਈ ਨਹੀਂ ਯੂਜ਼ ਉਹਨੂੰ ਕਰਨਾ ਚਾਹੀਦਾ ਜਿਵੇਂ ਕਿ ਕੋਰਟੀਜ਼ੋਲ ਹੋ ਗਿਆ ਜਾਂ ਵਾਰ-ਵਾਰ ਇਹ ਕਿ ਡਿਪਰੈਸ਼ਨ ਜਿਹੜਾ ਹਰ ਕਿਸੇ ਨੂੰ ਹੋ ਜਾਂਦਾ ਆਈ ਥਿੰਕ ਰੈਪੀਟੇਟਿਵਨੈਸ ਵੀ ਹੈਗੀ ਹੈ ਕਿਤੇ ਨਾ ਕਿਤੇ ਔਨ ਦੈਟ ਕਾਈਂਡ ਆਫ ਪਲੈਟਫਾਰਮ ਬਟ ਐਟ ਦ ਸੇਮ ਟਾਈਮ ਤੁਸੀਂ ਕੀ ਸਮਝਦੇ ਹੋ ਕਿ ਇਹ ਕੁਛ ਟਰਮੀਨੋਲੋਜੀ ਜਿਹੜੀ ਅਸੀਂ ਆਪਣੀ ਲਾਈਫ ਦੇ ਵਿੱਚ ਯੂਜ਼ ਕਰ ਰਹੇ ਹਾਂ ਇਜ਼ ਇਟ ਐਪਲੀਕੇਬਲ ਔਨ ਆਲ ਔਰ it has to go through an expert. You have to sit with the counselor, doctor, therapist. So I think it depends on the purpose of the use, right? ਜਦੋਂ ਆਪਾਂ social media ਤੇ ਦੇਖਦੇ ਹਾਂ ਕੋਈ use ਕਰ ਰਿਹਾ term like cortisol, excess or adrenal fatigue ਕਈ ਵਾਰੀ ਲੋਕੀ ਇਹ ਕਰਦੇ ਆ ਤੁਸੀਂ ਪੜ੍ਹਨ ਲੱਗ ਜਾਂਦੇ ਆ ਸਿੱਖਣ ਕਿਉਂਕਿ ਸਾਰਿਆਂ ਨੂੰ a lot of people ਅਸੀਂ ਸਿੱਖਣਾ ਚਾਹੁੰਦੇ ਆ right and it's not wrong ਵੀ ਅਸੀਂ ਸਿੱਖਣਾ ਚਾਹੁੰਦੇ ਆ and I'm going to be quite honest sometimes during my day even as a doctor I have so many patients that are really sick that you know we don't have time to sit down and do counseling on teaching right so that's why I come here I'm like you know this is my way of teaching and spreading my knowledge ਜਿੰਨੀ ਮੇਰੇ ਕੋਲ ਹੈਗੀ ਆ right ਵੀ ਮੈਂ ਦੇ ਸਕਾਂ but ਉਹਦਾ purpose ਕੀ ਆ post ਦਾ so ਤੇ ਉਸ ਬੰਦੇ ਦੇ ਕੁਆਲੀਫਿਕੇਸ਼ਨਸ ਕੀ ਹੈਗੇ ਆ ਹੈ ਨਾ ਸੋ ਜੇ ਤੁਸੀਂ ਆਪਣੀ ਗੱਡੀ ਟੁੱਟੀ ਹੋਈ ਹੈਗੀ ਆ ਰਾਈਟ
ਤੁਸੀਂ ਜਾ ਕੇ ਬੁੱਚਰ ਕੋਲ ਆਪਣੇ ਜਾਂ ਆਪਣੇ ਹਲਵਾਈ ਕੋਲ ਜਾ ਕੇ ਗੱਡੀ ਲੈ ਕੇ ਵੀ ਮੇਰੀ ਗੱਡੀ ਟੁੱਟੀ ਹੋਈ ਆ ਹਲਵਾਈ ਨੇ 2-3 ਚੀਜ਼ਾਂ ਸ਼ਾਇਦ ਕਹਿ ਦੇਣੀਆਂ ਸ਼ਾਇਦ ਉਹ ਠੀਕ ਵੀ ਹੋਵੇ ਪਰ ਤੁਸੀਂ ਆਪਣੀ ਗੱਡੀ ਹਲਵਾਈ ਕੋਲ ਲੈ ਕੇ ਤਾਂ ਨਹੀਂ ਜਾਓਗੇ ਰਾਈਟ ਕਿਉਂਕਿ ਉਹਨੇ ਉਹ ਨੌਲੇਜ ਨਹੀਂ ਕਰੀ ਹੋਈ ਮਕੈਨਿਕਸ ਦਾ ਕੋਰਸ ਨਹੀਂ ਕੀਤਾ ਹੋਇਆ ਰਾਈਟ ਤੁਸੀਂ ਆਪਣੀ ਗੱਡੀ ਮਕੈਨਿਕ ਕੋਲ ਲੈ ਕੇ ਜਾਓਗੇ ਰਾਈਟ ਸੋ ਇੱਕ ਤਾਂ ਬੰਦੇ ਦੀ ਕੁਆਲੀਫਿਕੇਸ਼ਨ ਸੋਸ਼ਲ ਮੀਡੀਆ ਤੇ ਦੇਖਣੀ ਵੀ ਇਹ ਹੈ ਕੌਣ ਜੇ ਇਹ ਮੈਡੀਸਨ ਬਾਰੇ ਗੱਲ ਕਰ ਰਿਹਾ ਜਾਂ ਕੋਈ ਸਪਲੀਮੈਂਟ ਬਾਰੇ ਗੱਲ ਕਰ ਰਿਹਾ ਆ ਡਾਕਟਰ ਹੈਗਾ ਆ ਕੋਈ ਇਹਦੇ 'ਚ ਸਾਇੰਟੀਫਿਕ ਬੈਕਗਰਾਊਂਡ ਹੈਗੀ ਆ ਜੇ ਕੋਰਸ ਲਿੱਤਾ ਹੋਇਆ ਕਿ ਕਿੰਨੀ ਦੇਰ ਦੇ ਕੋਰਸ ਆ ਅੱਜ ਕੱਲ੍ਹ ਛੋਟੇ ਕੋਰਸਿਸ ਵੀ ਲੈ ਸਕਦੇ ਹਾਂ ਆਪਾਂ ਰਾਈਟ ਸੋ ਕੁਆਲੀਫਿਕੇਸ਼ਨ ਦੂਜੀ ਹੈਗੀ ਆ ਪਰਪਸ ਉਹ ਪੋਸਟ ਕਾਹਤੋਂ ਕਰ ਰਹੇ ਹੈਗੇ ਆ ਚੀਜ਼ ਸੋ ਅ ਲੋਟ ਆਫ ਟਾਈਮਸ ਕਈ ਵਾਰੀ ਕੋਈ ਸਿਖਾਉਣ ਦੇ ਬਹਾਨੇ ਤੁਹਾਨੂੰ ਡਰਾ ਕੇ ਉਹ ਕਹੂਗਾ ਵੀ ਇਹ ਚੀਜ਼ ਤੁਸੀਂ ਬਾਏ ਕਰ ਲਓ ਇਹ ਤੁਹਾਡੇ ਲਈ ਵਧੀਆ ਹੋਊਗੀ ਸੋ ਜਦੋਂ ਮੈਂ ਮੈਡੀਸਨ ਲਿਖਦੀ ਹੈਗੀ ਆ ਮੈਨੂੰ ਉਹਦੇ ਪੈਸੇ ਨਹੀਂ ਮਿਲਦੇ ਹੈਗੇ ਮੈਡੀਸਨ ਲਿਖਣ ਦੇ ਰਾਈਟ I'm not getting anything in return. It's mostly medical knowledge, how I think it will help my patient. So ਇੱਥੇ ਕੈਨੇਡਾ ਦੇ ਵਿੱਚ ਇਹ ਬਹੁਤ ਕੀਤਾ ਵੀ ਹੋਇਆ ਹੈਗਾ ਆ ਰਾਈਟ ਡਾਕਟਰਸ ਦੇ ਨਾਲ ਵੀ ਅਸੀਂ ਸਾਡੀ ਜਜਮੈਂਟ ਨਾ ਕਲਾਉਡ ਹੋਵੇ ਇਹਨਾਂ ਚੀਜ਼ਾਂ ਦੇ ਨਾਲ ਰਾਈਟ ਪਰ ਜੇ ਕੋਈ ਸਪਲੀਮੈਂਟਸ ਵੇਚ ਰਿਹਾ ਹੈਗਾ ਆ ਉਹਨੇ ਤਾਂ ਤੁਹਾਨੂੰ ਇਹ ਇੱਦਾਂ ਦੇ ਲਫ਼ਜ਼ ਕਹਿ ਕੇ ਅਤੇ ਉਹ ਕਰਕੇ ਡਰਾ ਕੇ ਜਾਂ ਕੁਛ ਕਹਿ ਕੇ ਤੁਸੀਂ ਕਹੋਗੇ ਹਾਂ ਮੈਨੂੰ ਇਹ ਮਹਿਸੂਸ ਹੁੰਦਾ ਹੈਗਾ ਆ ਰਾਈਟ ਸਮ ਵੇਗ ਸਿੰਪਟਮਸ ਅਤੇ ਤੁਸੀਂ ਬਾਏ ਕਰ ਲਓਗੇ ਉਹ ਚੀਜ਼ ਕਿਉਂਕਿ ਇਨ ਦੀ ਐਂਡ ਪਰ ਜੇ ਕੋਈ ਸੁਣਦਾ ਹੈਗਾ ਆ ਕਿਸੇ ਗੱਲ ਨੂੰ ਜੇ ਇਨਕਰੈਕਟ ਹੈਗੀ ਆ ਉਹ ਵਿਚਾਰਾ ਆਪਣੀ ਬਾਡੀ ਨੂੰ ਹੈਲਪ ਕਰਨ ਲਈ ਇਹ ਕਰਦਾ ਹੈਗਾ ਆ ਰਾਈਟ ਐਂਡ ਸੋ I think it's very important ਜੇ with my patients you can book ਉਹਨਾਂ ਨੂੰ ਪਤਾ ਹੈ ਜੇ ਜ਼ਿਆਦਾ ਟਾਈਮ ਚਾਹੀਦਾ ਹੈਗਾ ਤੁਸੀਂ ਜ਼ਿਆਦਾ ਟਾਈਮ ਬੁੱਕ ਕਰ ਸਕਦੇ ਹੈਗੇ ਆ ਗੱਲਬਾਤ ਕਰਨ ਲਈ ਰਾਈਟ I don't like being rushed ਪਰ ਯੂ ਨੋ ਟਾਈਮ ਵੀ ਬੁੱਕ ਕਰ ਸਕਦੇ ਹਾਂ ਸੋ ਉਹ ਟਾਈਮ ਲੈ ਕੇ ਤੁਸੀਂ ਹੈਲਥ ਕੇਅਰ ਕੁਐਸਚਨਸ ਪੁੱਛ ਕੇ ਜਿਨ੍ਹਾਂ ਕੋਲ ਹੈਗੀ ਆ ਉਹ ਨੌਲੇਜ ਆਈ ਥਿੰਕ ਦੈਟਸ ਦ ਬੈਸਟ ਵੇ ਟੂ ਗੋ ਅਬਾਊਟ ਇਟ ਜਾਂ ਸੋਰਸਿਸ ਲੱਭ ਕੇ ਜਿਹੜੇ ਵਧੀਆ ਹੋਣ ਰਾਈਟ ਟੈਕਸਟ ਬੁੱਕਸ ਹੁਣ ਤਾਂ ਸੋਸ਼ਲ ਮੀਡੀਆ ਛੱਡੋ ਆਪਣੀ AI ਦੇ ਨਾਲ ਅਤੇ ਦੂਜੀ ਚੀਜ਼ਾਂ ਨਾਲ ਬਹੁਤ ਟੈਕਸਟ ਬੁੱਕਸ ਵੀ ਅਵੇਲੇਬਲ ਹੈਗੀਆਂ ਆ ਮੈਡੀਕਲ ਟੈਕਸਟ ਬੁੱਕਸ ਤੁਸੀਂ ਸਰਚ ਕਰ ਸਕਦੇ ਹੈਗੇ ਆ ਜਾਂ ਆਪਣੀ ਸਕੋਲਰਲੀ ਆਰਟੀਕਲਸ ਤੁਸੀਂ ਸਰਚ ਕਰ ਸਕਦੇ ਆ ਜਿਹੜੇ ਰਿਸਰਚ ਦੇ ਵਿੱਚ ਲਿਖਿਆ ਹੋਇਆ ਹੈਗਾ ਆ ਵੀ ਇੱਦਾਂ ਹੋਇਆ ਆ ਫਿਰ ਤੁਸੀਂ ਉਹਨੂੰ ਉਹਦੇ ਤੋਂ ਵੀ ਸਿੱਖ ਸਕਦੇ ਹੈਗੇ ਆ ਰਾਈਟ ਪਰ ਇਟਸ ਈਜ਼ੀ ਕੋਈ ਆਪਾਂ ਨੂੰ ਬੰਦਾ ਨਾਈਸ ਲੱਗਦਾ ਅੱਖਾਂ ਨੂੰ ਬੋਲ ਰਿਹਾ ਹੈਗਾ ਆ ਅਸਰਟਿਵ ਮੈਨਰ ਦੇ ਵਿੱਚ ਸਮਾਰਟ ਇੰਟੈਲੀਜੈਂਟ ਲੱਗਦਾ ਸਾਨੂੰ ਕੁਛ ਦੱਸੂਗਾ ਅਸੀਂ ਕਹਿੰਦੇ ਹਾਂ ਵੀ ਇਹਦੀ ਗੱਲ ਸਹੀ ਆ ਆਪਾਂ ਬਾਏ ਕਰ ਲੈਂਦੇ ਹਾਂ ਇਹ ਸਪਲੀਮੈਂਟਸ ਰਾਈਟ ਸੋ ਆਈ ਵੁੱਡ ਸੇ ਬੀ ਵੈਰੀ ਕੇਅਰਫੁਲ ਸੋਸ਼ਲ ਮੀਡੀਆ ਇਜ਼ ਅ ਡਬਲ ਐਜ ਸਵੋਰਡ ਰਾਈਟ ਯੈਸ ਦੈਟਸ ਰਾਈਟ ਹੁਣ ਥੋੜ੍ਹੀ ਦੇਰ ਦੇ ਵਿੱਚ ਨਾ ਅਸੀਂ ਆਪਣੇ ਲਿਸਨਰਸ ਦੇ ਨਾਲ ਸ਼ੇਅਰ ਕਰਾਂਗੇ ਅਬਾਊਟ ਟੂਲਸ ਜਾਂ ਉਹ ਕਿਸ ਤਰ੍ਹਾਂ ਦੀਆਂ ਟੈਕਨੀਕਸ ਅਪਣਾਉਣ ਕਿ ਤੁਸੀਂ ਇਹ ਜਿਹੜਾ ਸਟ੍ਰੈਸ ਆ ਉਹਨੂੰ ਮੈਨੇਜ ਕਰ ਸਕੋ ਸਾਡੇ ਨਾਲ ਮਿਸਿਸ ਸਰੋਇਆ ਇਸ ਵੇਲੇ ਫੋਨ ਲਾਈਨ 'ਤੇ ਸ਼ਾਮਲ ਹੋਣਾ ਚਾਹ ਰਹੇ ਅਸੀਂ ਉਹਨਾਂ ਦੀ ਗੱਲ ਸੁਣ ਲਈਏ ਜ਼ਰਾ ਹੈਲੋ ਹਾਂਜੀ ਗੁਰਪ੍ਰੀਤ ਜੀ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਆਏ ਹੋਏ ਮਹਿਮਾਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਆ ਬਹੁਤ ਨੌਲੇਜ ਵਾਲਾ ਪ੍ਰੋਗਰਾਮ ਚੱਲ ਰਿਹਾ ਆ ਮੈਂ ਇਹਨਾਂ ਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਮੈਨੂੰ ਸਲੀਪ ਐਪਨੀਆ ਬਾਰੇ ਵੀ ਕੁਝ ਟਿਪਸ ਦੇ ਸਕਦੇ ਆ ਵੀ 10 ਵਾਰੀ ਜਾਗ ਖੁੱਲਣੀ ਜਾਂ 15 ਵਾਰੀ ਜਾਗ ਖੁੱਲਣੀ ਜਾਂ ਉਸ ਤੋਂ ਵੱਧ 30 ਔਰ 31 ਵਾਰੀ ਜਾਗ ਖੁੱਲਣੀ ਉਹਦੇ ਲਈ ਮਤਲਬ ਐਕਸਰਸਾਈਜ਼ ਨਾਲੇ ਠੀਕ ਹੋ ਸਕਦਾ ਹੈ ਜਾਂ ਹੈਬਿਟੂ ਮਸ਼ੀਨ ਲਗਾਉਣੀ ਪਊਗੀ ਅੱਛਾ ਵਾਰ ਇੰਨੀ ਵਾਰ ਜਾਗ ਆਉਂਦੀ ਹੈ ਹਾਂਜੀ ਠੀਕ ਹੈ ਥੈਂਕ ਯੂ ਮਿਸਿਸ ਰੋਇਆ ਸਲੀਪ ਐਪਨੀਆ ਬਾਰੇ ਹੈ ਨਾ ਜ਼ਰੂਰ ਥੈਂਕ ਯੂ ਹਾਂਜੀ ਥੈਂਕ ਯੂ ਬੇਟਾ ਵੈਲਕਮ ਸੋ ਸਲੀਪ ਐਪਨੀਆ ਦੇ ਬਾਰੇ ਇਨਫੋਰਮੇਸ਼ਨ ਚਾਹੁੰਦੇ ਆ ਹਾਂਜੀ ਫਰਸਟ ਆਫ ਆਲ ਥੈਂਕ ਯੂ ਆਂਟੀ ਤੁਸੀਂ ਫੋਨ ਕੀਤਾ ਹੈਗਾ ਆ ਐਂਡ ਸਵਾਲ ਆਪਣਾ ਉਹ ਕੀਤਾ ਹੈਗਾ ਆ ਹਾਂਜੀ ਜੇ ਆਪਣਾ ਸਲੀਪ ਐਪਨੀਆ ਬਾਰੇ ਪਹਿਲਾਂ ਥੋੜ੍ਹਾ ਜਿਹਾ ਦੱਸ ਦਈਏ ਆਪਣੇ ਸੁਣਨ ਵਾਲਿਆਂ ਨੂੰ ਸਲੀਪ ਐਪਨੀਆ ਇੱਦਾਂ ਦੀ ਬਿਮਾਰੀ ਹੈਗੀ ਆ ਵੀ ਬੰਦਾ ਸੌਂਦੇ ਨਾ ਉਹਨਾਂ ਦਾ ਸਾਹ ਰੁਕਦਾ ਹੈਗਾ ਆ ਕਈ ਵਾਰੀ ਆਕਸੀਜਨ ਵੀ ਥੱਲੇ ਨੂੰ ਚੱਲ ਜਾਂਦੀ ਹੈਗੀ ਆ ਅਤੇ ਬੰਦਾ ਕਾਫੀ ਕਾਰਨ ਹੋ ਸਕਦੇ ਆ ਸਲੀਪ ਐਪਨੀਆ ਦੇ ਪਰ ਉਹ ਸਾਹ ਚੰਗੀ ਤਰ੍ਹਾਂ ਸੌਣ ਵੇਲੇ ਅੰਦਰ ਨਹੀਂ ਜਾ ਰਹੇ ਹੈਗੇ ਅਤੇ ਕਈ ਵਾਰੀ ਜਾਗ ਵੀ ਖੁੱਲ੍ਹ ਜਾਂਦੀ ਹੈਗੀ ਆ ਉਹਦੇ ਕਾਰਨ ਹੈ ਨਾ ਸੋ ਸਲੀਪ ਐਪਨੀਆ ਪਹਿਲਾਂ ਡੇਂਜਰਸ ਬਹੁਤ ਹੁੰਦੇ ਆ ਸਲੀਪ ਐਪਨੀਆ ਦੇ ਇਹਦੇ ਨਾਲ ਆਪਣੇ ਲੰਗਸ ਦੇ ਉੱਤੇ ਆਪਣੀ ਜਿਹੜੀਆਂ ਆਰਟਰੀਜ਼ ਅਤੇ ਵੇਨਸ ਹੁੰਦੀਆਂ ਹੈਗੀਆਂ ਅਤੇ ਆਪਣੇ ਹਾਰਟ ਦੀ ਬਿਮਾਰੀ ਆਪਣੀ ਡਿਮੈਂਸ਼ੀਆ ਵਗੈਰਾ ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਸਲੀਪ ਐਪਨੀਆ ਦੇ ਨਾਲ ਸੋ
ਇਹ ਆਪਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈਗਾ ਆ ਕਿਉਂਕਿ ਆਪਾਂ ਕਹਿੰਦੇ ਸੀ ਸੋਨਾ ਬਹੁਤ ਜ਼ਰੂਰੀ ਹੈਗਾ ਆ ਆਪਣੇ ਲਈ ਰਾਈਟ ਸੋ ਇਹਦੇ ਕਾਰਨ ਵੱਖਰੇ ਵੱਖਰੇ ਹੋ ਸਕਦੇ ਆ ਪਰ ਜਿਹੜਾ ਸਵਾਲ ਤੁਸੀਂ ਪੁੱਛਿਆ ਸੀ ਜੇ 30-31 ਵਾਰੀ ਉਹ AHI ਇੰਡੈਕਸ ਹੁੰਦੀ ਹੈਗੀ ਆ 8 10 15 ਕਿੰਨੀ ਕੁ ਵਾਰੀ ਬੰਦੇ ਦੀ ਇਹ ਜਿਹੜੀ ਹੈਗੀ ਆ ਐਪਨਿਕ ਐਪੀਸੋਡਸ ਜਿਹੜੀ ਬਰੀਥਿੰਗ ਡਿਫਿਕਲਟੀ ਹੁੰਦੀ ਆ ਕਿੰਨੇ ਵਾਰੀ ਹੁੰਦੀ ਹੈਗੀ ਆ ਹੈ ਨਾ ਆਪਣੇ ਘੰਟੇ ਦੇ ਵਿੱਚ ਤੇ ਜੇ 30-31 ਤੱਕ ਹੁੰਦੀ ਆ ਮੈਂ ਤਾਂ ਕਹੂੰਗੀ ਫਰਸਟ ਸਲੀਪ ਐਪਨੀਆ ਦੀ ਮਸ਼ੀਨ ਲਾ ਲੈਣੀ ਚਾਹੀਦੀ ਆ ਉਹਦਾ ਕਾਰਨ ਹੈਗਾ ਆ ਵੀ ਜਿਹੜੀ ਆਪਣੀ 30 ਵਾਰੀ ਆਪਣਾ ਸਾਹ ਚੰਗੀ ਤਰ੍ਹਾਂ ਨਹੀਂ ਆ ਰਿਹਾ ਹੈਗਾ ਘੰਟੇ ਦੇ ਵਿੱਚ ਉਹ ਸਲੀਪ ਐਪਨੀਆ ਦੀ ਮਸ਼ੀਨ ਹੀ ਹਲੇ ਜਿਹੜੀ ਹੈਗੀ ਆ ਤੁਹਾਨੂੰ ਸਾਹ ਉਹ ਦਿੰਦੀ ਹੈਗੀ ਆ ਰਾਈਟ ਸੋ ਉਹ ਤੁਹਾਡਾ ਡਿਟੈਕਟ ਕਰ ਲੂਗੀ ਕਦੋਂ ਸਾਹ ਨਹੀਂ ਮਿਲ ਰਿਹਾ ਤੇ ਉਹ ਆਪ ਹੀ ਦੇਊਗੀ ਤੁਹਾਨੂੰ ਸੋ ਪਹਿਲਾਂ ਤਾਂ ਉਹ ਮਸ਼ੀਨ ਵਰਤ ਲੈਣੀ ਚਾਹੀਦੀ ਆ ਪਰ ਨਾਲ ਫਿਰ ਡਾਕਟਰ ਨੂੰ ਪੁੱਛਣਾ ਹੈਗਾ ਵੀ ਮੈਨੂੰ ਕਿਉਂ ਸਲੀਪ ਐਪਨੀਆ ਹੋ ਰਿਹਾ ਆ ਨੰਬਰ 1 ਕਾਜ਼ ਹੈਗੀ ਆ ਓਬੀਸਿਟੀ ਹੈ ਨਾ ਸੋ ਕਈ ਵਾਰੀ ਜਿਵੇਂ ਆਪਣਾ weight ਕਾਫੀ ਭਾਰ ਵਧਿਆ ਹੁੰਦਾ ਹੈਗਾ ਆ ਸੋ ਉਹ ਕਈ ਅਸੀਂ ਵਾਰੀ ਦੇਖਿਆ ਜੇ ਆਪਾਂ ਉਹ ਭਾਰ ਘਟਾ ਲਈਏ ਸਲੀਪ ਐਪਨੀਆ ਦਾ ਜਿਵੇਂ ਤੁਸੀਂ 30-31 ਵਾਰੀ ਤੁਹਾਨੂੰ ਸਾਹ ਨਹੀਂ ਆ ਰਿਹਾ ਹੈਗਾ ਘੰਟੇ ਦੇ ਵਿੱਚ ਉਹ ਕਈ ਵਾਰੀ ਥੱਲੇ ਨੂੰ ਚੱਲ ਜਾਂਦਾ ਹੈਗਾ ਆ ਉਹਦੀ ਸਿਵਿਅਰਿਟੀ ਥੱਲੇ ਨੂੰ ਚੱਲ ਜਾਂਦੀ ਹੈਗੀ ਆ ਰਾਈਟ ਸੋ ਜੇ ਆਪਾਂ ਭਾਰ ਘਟਾ ਲਈਏ ਜੇ ਭਾਰ ਘਟਾਉਣ 'ਚ ਬਹੁਤ ਡਿਫਿਕਲਟੀ ਹੁੰਦੀ ਹੈ ਫਿਰ ਅੱਜ ਕੱਲ੍ਹ ਬਹੁਤ ਮੈਡੀਸਿਨਸ ਵੀ ਆਈਆਂ ਹੋਈਆਂ ਆ ਹੈ ਨਾ ਕਿਉਂਕਿ ਬਿਮਾਰੀ ਓਵਰ ਟਾਈਮ ਬਣਦੀ ਹੈਗੀ ਆ ਪਰ ਤੁਹਾਡੇ ਡਾਕਟਰ ਨੂੰ ਜ਼ਿਆਦਾ ਪਤਾ ਹੋਊਗਾ ਜਿਵੇਂ ਤੁਹਾਨੂੰ ਜੇ ਡਾਇਬੀਟੀਜ਼ ਹੈਗੀ ਆ ਨਹੀਂ ਹੈਗੀ ਜਾਂ ਹੋਰ ਕੋਈ ਕਾਰਨ ਹੈਗਾ ਆ ਅਤੇ ਕਿਹੜੀ ਦਵਾਈ ਤੁਹਾਡੇ ਲਈ ਠੀਕ ਹੈਗੀ ਸੂਟ ਕਰੂਗੀ ਤੁਹਾਨੂੰ ਨਹੀਂ ਕਰੂਗੀ ਰਾਈਟ ਉਹ ਦਵਾਈ ਦੇ ਨਾਲ ਭਾਰ ਘਟਾਉਣ ਦੇ ਨਾਲ ਫਿਰ ਉਹ ਜਿਹੜਾ ਹੈਗਾ ਆ ਮਾਸ ਆਪਣਾ ਨਹੀਂ ਉੱਪਰ ਬਣਿਆ ਹੁੰਦਾ ਆ ਨੈਕ ਦੇ ਆਲੇ ਦੁਆਲੇ 'ਤੇ ਉਹ ਫਿਰ ਭਾਰ ਜਦੋਂ ਘੱਟ ਜਾਂਦਾ ਹੈਗਾ ਆ ਸਾਹ ਲੈਣਾ ਸੌਖਾ ਹੋ ਜਾਂਦਾ ਹੈਗਾ ਆ ਕਈਆਂ ਨੂੰ ਸਲੀਪ ਐਪਨੀਆ ਜਿਵੇਂ ਹੋਰ ਕਾਸੇ ਕਾਰਨ ਲਈ ਵੀ ਹੋ ਸਕਦਾ ਹੈਗਾ ਆ ਹੈ ਨਾ ਕਈਆਂ ਦੇ ਮੂੰਹ ਦਾ ਜੌ ਸਟਰਕਚਰ ਜਿਹੜਾ ਹੁੰਦਾ ਆ ਬੜਾ ਹੁੰਦਾ ਆ ਛੋਟਾ ਹੁੰਦਾ ਆ ਸੋ ਉਹਦੇ ਬਾਰੇ ਆਪਾਂ ਜਿਵੇਂ ਆਪਣੇ ਡੈਂਟਲ ਸਰਜਨਸ ਹੁੰਦੇ ਹੈਗੇ ਆ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੈਗੇ ਆ ਅਬਾਊਟ ਸਮ ਆਫ ਥੀਸ ਥਿੰਗਸ ਰਾਈਟ ਸੋ ਪਰ ਮੈਂ ਕਹੂੰਗੀ ਜੇ ਇੱਥੇ ਤੱਕ ਗੱਲ ਹੈਗੀ ਆ ਵੀ ਐਂਟੀ ਸਲੀਪ ਐਪਨੀਆ ਦੀ ਮਸ਼ੀਨ ਜ਼ਰੂਰ ਯੂਜ਼ ਕਰ ਲੈਣੀ ਚਾਹੀਦੀ ਹੈਗੀ ਆ ਅਤੇ ਅੱਗੇ ਸਾਇੰਸ ਪਤਾ ਨਹੀਂ ਹੋਰ ਵੀ ਕੋਈ ਕੱਢ ਸਕਦਾ ਹੈਗਾ ਪਰ ਐਟ ਲੀਸਟ ਹੁਣ ਇਸ ਵੱਲ ਤੁਹਾਨੂੰ ਜਿਹੜੇ ਸਾਹ ਨਹੀਂ ਮਿਲ ਰਹੇ ਹੈਗੇ ਜਿਹੜੇ ਹੈਗੇ ਆ ਹੈ ਨਾ ਉਹ ਤੁਹਾਨੂੰ ਉਹ ਮਸ਼ੀਨ ਜਿਹੜੀ ਹੈਗੀ ਆ ਉਹ ਦਿਲਾਊਗੀ ਜਿੰਨੀ ਦੇਰ ਆਪਾਂ ਉਹਦਾ ਟ੍ਰੀਟਮੈਂਟ ਨਹੀਂ ਕਰ ਸਕਦੇ ਹੈ ਰਾਈਟ ਡਾਕਟਰ ਗਗਨਜੋਤ ਬਿਫੋਰ ਵੀ ਰੈਪ ਅਪ ਅਸੀਂ ਕੁਝ ਟੂਲਸ ਐਂਡ ਟੈਕਨੀਕਸ ਵੀ ਦੱਸ ਦਈਏ ਕਿ ਕਿਉਂਕਿ ਅਸੀਂ ਕਿਹਾ ਕਿ ਜਦੋਂ ਅਸੀਂ ਸਮਝਦੇ ਹਾਂ ਸਟ੍ਰੈਸ ਬਹੁਤ ਜ਼ਿਆਦਾ ਹਾਵੀ ਹੋਣ ਲੱਗ ਗਿਆ ਸਾਡੀ ਜ਼ਿੰਦਗੀ 'ਚ ਜਿਹੜਾ ਬਰਨ ਆਊਟ ਹੋ ਸਕਦਾ ਆ ਔਰ ਉਹਦੇ ਕਰਕੇ ਤੁਹਾਡੀ ਲਾਈਫ ਇਫੈਕਟ ਹੋਣ ਲੱਗ ਗਈ ਤੁਹਾਡੇ ਰੋਜ਼ ਦੇ ਕੰਮਕਾਰ ਜਿਹੜੇ ਆ ਤੁਹਾਨੂੰ ਬ੍ਰੇਨ ਫੌਗ ਹੋ ਸਕਦਾ ਆ ਪਰ ਉਹਦੇ ਨਾਲ ਜੇ ਲੰਮਾ ਟਾਈਮ ਅਜਿਹਾ ਰਹਿੰਦਾ ਤੁਹਾਨੂੰ ਬਿਮਾਰੀਆਂ ਦੇ ਰਿਸਕ ਵੱਧ ਜਾਂਦੇ ਆ ਤਾਂ ਫਿਰ ਇਹ ਨਾ ਹੋਵੇ ਅਜਿਹਾ ਤਾਂ ਅਸੀਂ ਕੀ ਕਰ ਸਕਦੇ ਹਾਂ ਕਿਵੇਂ ਸੰਭਾਲ ਸਕਦੇ ਹਾਂ ਆਪਣੇ ਆਪ ਨੂੰ ਸੋ ਪਹਿਲਾਂ ਇਹ ਸਟ੍ਰੈਸ ਕਾਹਤੋਂ ਆ ਰਹੀ ਹੈਗੀ ਆ ਰਾਈਟ ਸੋ ਆਈ ਆਲਵੇਜ਼ ਟੈਲ ਪੇਸ਼ੈਂਟਸ ਵੀ ਕਿੱਥੋਂ ਵੇਅਰ ਇਜ਼ ਦਿਸ ਕਮਿੰਗ ਫਰਮ ਰਿਲੇਸ਼ਨਸ਼ਿਪ ਦੇ ਵਿੱਚ ਪ੍ਰੋਬਲਮ ਆ ਰਹੀ ਹੈਗੀ ਆ ਆਪਣੀ ਕੰਮ ਕਰਕੇ ਫਾਈਨੈਂਸਿਸ ਕਰਕੇ ਆ ਰਹੀ ਹੈਗੀ ਆ ਰਾਈਟ ਸੋ ਜੇ ਆਪਣੇ ਫੋਰ ਐਗਜ਼ਾਮਪਲ ਮੈਂ ਕਹੂੰਗੀ ਫਾਈਨੈਂਸਿਸ ਬਹੁਤ ਬੁਰੇ ਹੈਗੇ ਆ ਸਾਡੀ ਫਾਈਨੈਂਸ਼ੀਅਲ ਇਸ਼ੂਜ਼ ਹੋ ਰਹੀਆਂ ਹੈਗੀਆਂ ਤਾਂ ਕਰਕੇ ਸਟ੍ਰੈਸ ਵਿੱਚ ਹੈਗੇ ਆ ਸੋ ਦੈਨ ਲੈਟਸ ਰੀ ਲੁੱਕ ਐਟ ਦ ਪ੍ਰੋਬਲਮ ਹੈ ਨਾ ਅਤੇ ਪਹਿਲਾਂ ਕਈਆਂ ਨੂੰ ਤਾਂ ਪਤਾ ਨਹੀਂ ਚੱਲਦਾ ਹੈਗਾ ਵੀ ਪ੍ਰੋਬਲਮ ਅਸਲ 'ਚ ਹੈ ਕੀ ਵੀ ਮੈਨੂੰ ਸਟ੍ਰੈਸ ਫੀਲ ਹੁੰਦੀ ਆ ਮੈਨੂੰ ਇਹ ਯੂ ਹੈਵ ਟੂ ਟਾਕ ਟੂ ਦੈਮ ਟੂ ਫਿਗਰ ਦੈਟ ਆਊਟ ਸੋ ਫਰਸਟ ਫਿਗਰ ਆਊਟ ਦ ਪ੍ਰੋਬਲਮ ਜੇ ਤੁਸੀਂ ਉਹਦਾ ਹੱਲ ਲੱਭ ਸਕਦੇ ਹੈਗੇ ਆ ਕਿਸੇ ਦੀ ਸਲਾਹ ਲੈਣੀ ਵੀ ਬੁਰੀ ਗੱਲ ਨਹੀਂ ਹੁੰਦੀ ਹੈ ਨਾ ਸੋ ਖਾਸ ਕਰ ਪ੍ਰੋਫੈਸ਼ਨਲਸ ਦੇ ਨਾਲ ਜਿਵੇਂ ਆਪਣੇ ਕਾਉਂਸਲਰਸ ਹੋ ਗਏ ਜਾਂ ਡਾਕਟਰਸ ਹੋ ਗਏ ਇੱਦਾਂ ਕੁਛ ਰਾਈਟ ਜਿਹੜੀ ਕੌਨਫੀਡੈਂਸ਼ੀਅਲ ਤੁਹਾਡੀ ਗੱਲ ਕਿਸੇ ਨੂੰ ਦੱਸਣਗੇ ਵੀ ਨਹੀਂ ਤੁਹਾਡੇ ਤੇ ਆਪਸ ਵਿੱਚ ਹੀ ਰੱਖਣਗੇ ਸੋ ਫੋਰ ਐਗਜ਼ਾਮਪਲ ਜੇ ਵੱਡਾ ਘਰ ਆ ਮੋਰਗੇਜ ਹਾਈ ਹੈਗੇ ਆ ਮੇਬੀ ਵੀ ਨੀਡ ਟੂ ਡਾਊਨ ਸਾਈਜ਼ ਕਿਉਂਕਿ ਜਿਹੜੀ ਸਟ੍ਰੈਸ ਆ ਇਜ਼ ਇਟ ਵਰਥ ਹੈਵਿੰਗ ਅ ਬਿਗ ਹਾਊਸ ਜੇ ਆਪਾਂ ਉਹਦੇ ਦੇ ਵਿੱਚ ਰਹਿ ਹੀ ਨਹੀਂ ਰਹੇ ਕੰਮ ਤੇ ਰਹਿ ਰਹੇ ਹਾਂ 24 ਘੰਟੇ ਤੇ ਸਟ੍ਰੈਸ ਦੇ ਵਿੱਚ ਰਹਿੰਦੇ ਆ ਰਾਈਟ ਸੋ ਫਰਸਟ ਆਫ ਆਲ ਪ੍ਰੈਕਟੀਕਲੀ ਅਸੀਂ ਕਹਿੰਦੇ ਆ ਪ੍ਰੈਕਟੀਕਲ ਸੋਲੂਸ਼ਨਸ ਹੁੰਦੇ ਆ ਸਟ੍ਰੈਸ ਦੇ ਸੋ ਜੇ ਸੋਲਵ ਹੁੰਦੀ ਆ ਚੀਜ਼ ਉਹਨੂੰ ਸੋਲਵ ਕਰੋ ਜੇ ਨਹੀਂ ਹੁੰਦੀ ਹੈਗੀ ਆ ਫਿਰ ਆਪਾਂ ਹੋਰ ਤਰੀਕੇ ਵਰਤ ਸਕਦੇ ਆ Another thing I would say is spirituality ਦੇ ਵਿੱਚ ਜਾ ਕੇ ਆਪਾਂ faith ਹੋਣੀ ਕੋਈ ਵੀ ਆਪਣੇ community ਦੇ ਵਿੱਚ ਆਪਾਂ ਨੇ ਜ਼ਿਆਦਾ sort of involvement ਕਰਨੀ ਸੋ ਇਹਦੇ ਵਿੱਚ ਬਹੁਤ ਸਟੱਡੀਜ਼ ਹੈਗੀਆਂ ਜੇ ਆਪਣੇ ਕੋਲ ਫਰੈਂਡਸ ਫੈਮਿਲੀ ਹੈਗੀਆਂ ਸੁਣਨ ਵਾਲੇ ਜਿਹੜੀ ਸਾਡੀ ਜਿਵੇਂ ਹੁਣ ਮੈਂ ਕਿਹਾ ਨਹੀਂ ਸੀ ਜਿਹੜੀ ਗੱਲ ਅਸੀਂ ਕਰਦੇ ਹਾਂ ਮੇਰੇ ਦਿਲ ਦੇ ਵਿੱਚ ਇਹ ਪ੍ਰੋਬਲਮ ਫੀਲ ਹੋ ਰਹੀ ਹੈਗੀ ਆ ਦਿਲ ਦੀ ਗੱਲ ਕਹਿ ਦੇਣੀ ਅਤੇ ਕੋਈ ਸੁਣਨ ਵਾਲਾ ਹੋਵੇ ਇੱਦਾਂ ਦੀ ਜੇ ਨਹੀਂ ਕਮਿਊਨਿਟੀ ਹੈਗੀ ਪਹਿਲਾਂ ਤਾਂ ਤੁਸੀਂ ਬਣਾਓ ਇੱਦਾਂ ਦੇ ਲੋਕੀ ਆਪਣੀ ਫੈਮਿਲੀ ਦੇ ਵਿੱਚ ਆਪਣੇ ਫਰੈਂਡ ਸਰਕਲ ਦੇ ਵਿੱਚ ਰਾਈਟ ਸੋ ਉਹਨਾਂ ਨਾਲ ਗੱਲਬਾਤ ਕਰ ਲੈਣੀ ਐਂਡ ਉਹਦੇ ਨਾਲ ਵੀ ਹੈਲਪਫੁਲ ਇਹ ਕਾਫੀ ਹੋ ਸਕਦਾ ਹੈਗਾ ਆ
ਫਿਰ ਪ੍ਰੋਫੈਸ਼ਨਲ ਹੈਲਪ ਅਸੀਂ ਕਹੀ ਸੀ ਕਾਉਂਸਲਿੰਗ ਬੋਥ ਆਈ ਐਮ ਬਿਗ ਬਿਲੀਵਰ ਆਫ ਕਾਉਂਸਲਿੰਗ ਹੈ ਨਾ ਗੱਲਬਾਤ ਕਰਕੇ ਕਿਸੇ ਨਾਲ ਜਿਹੜਾ ਪ੍ਰੋਫੈਸ਼ਨਲ ਹੁੰਦਾ ਆ ਉਹਨੇ ਇੱਕ ਤਰ੍ਹਾਂ ਸਟੱਡੀ ਇਸ 'ਤੇ ਹੀ ਕੀਤੀ ਹੁੰਦੀ ਆ ਕਿਹੜੇ ਤੌਰ ਤਰੀਕੇ ਤੁਸੀਂ ਅਪਣਾ ਸਕਦੇ ਹੈਗੇ ਆ ਉਹ ਹੈਲਪ ਕਰਨ ਲਈ ਅਤੇ ਉਹ ਕਾਉਂਸਲਿੰਗ ਦੇ ਥਰੂ ਮੈਂ ਕੁਛ ਸ਼ੇਅਰ ਕਰੂੰਗੀ ਤੌਰ ਤਰੀਕੇ ਇੱਕ ਹੈਗਾ ਆ ਬ੍ਰੈਥ ਵਰਕ ਮੈਨੇ ਕਿਹਾ ਸੀ ਆਪਣੀ ਸਾਹਾਂ ਦੇ ਨਾਲ ਅਸੀਂ ਆਪਣੀ ਜਿਹੜੀ ਹੈਗੀ ਆ ਬਾਡੀ ਨੂੰ ਕੰਟਰੋਲ ਕਰ ਸਕਦੇ ਹੈਗੇ ਆ ਸੋ ਆਪਣੇ ਸਾਹਾਂ ਦੇ ਨਾਲ ਅਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਥੱਲੇ ਲੈ ਕੇ ਜਾ ਸਕਦੇ ਹੈਗੇ ਆ ਆਪਣੇ ਸਾਹਾਂ ਦੇ ਨਾਲ ਆਪਣਾ ਜਿਹੜਾ ਹੈਗਾ ਰਿਲੈਕਸੇਸ਼ਨ ਬਾਡੀ ਦੇ ਵਿੱਚ ਤੇ ਆਪਣੀ ਸਟ੍ਰੈਸ ਹਾਰਮੋਨਸ ਵੀ ਲੋਅਰ ਕਰ ਸਕਦੇ ਹੈਗੇ ਆ ਸੋ ਡਿਫਰੈਂਟ ਟੈਕਨੀਕਸ ਸਾਹ ਦੇ ਹੁੰਦੇ ਆ ਇੱਕ ਆਈ ਲਾਈਕ ਟੂ ਯੂਜ਼ ਇਟਸ ਕਾਲਡ ਬਾਕਸ ਬਰੀਥਿੰਗ ਹੈ ਨਾ ਬਕਸਾ ਬਣਾਉਣਾ ਆਪਣੇ ਸਾਹ ਦੇ ਨਾਲ 4 ਸੈਕਿੰਡ ਸਾਹ ਅੰਦਰ ਨੂੰ ਖਿੱਚਣਾ ਫਿਰ 4 ਸੈਕਿੰਡ ਲਈ ਬ੍ਰੈਥ ਹੋਲਡ ਕਰਕੇ ਰੱਖਣਾ 4 ਸੈਕਿੰਡ ਦੇ ਲਈ ਤੁਸੀਂ ਬਾਹਰ ਕੱਢਣਾ ਆਪਣਾ ਬ੍ਰੈਥ ਅਤੇ 4 ਸੈਕਿੰਡ ਲਈ ਫਿਰ ਹੋਲਡ ਕਰਕੇ ਰੱਖਣਾ ਹੈ ਨਾ ਸੋ ਹੋਲਡ ਫਿਰ ਹੋਲਡ ਰਾਈਟ ਸੋ ਇਹਨੂੰ ਬਾਕਸ ਬਰੀਥਿੰਗ ਕਹਿੰਦੇ ਆ ਅਤੇ ਜਦੋਂ ਤੁਸੀਂ 4 ਸੈਕਿੰਡਸ ਗਿਣ ਰਹੇ ਹੈਗੇ ਆ ਅਤੇ ਨਾਲ ਨਾਲ ਤੁਸੀਂ ਫੋਕਸ ਕਰ ਰਹੇ ਆ ਮੈਂ ਬਾਕਸ ਬਣਾ ਰਹੇ ਹੈਗੇ ਆ ਆਪਣੀ ਬ੍ਰੈਥ ਦੇ ਨਾਲ ਫਿਰ you don't really get time to think about anything. ਉਹ ਥਾਟਸ ਥੋੜ੍ਹਾ ਜਿਹਾ ਟਾਈਮ ਉਹਦੇ ਥਾਟਸ ਨੂੰ ਬ੍ਰੇਕ ਕਰਨ ਦਾ ਮਿਲ ਜਾਂਦਾ ਹੁੰਦਾ ਹੈ ਜੇ ਆਪਣਾ ਦਿਮਾਗ ਚੱਲੀ ਜਾਂਦਾ ਹੈਗਾ ਆ ਪਰ ਇਹ ਇੱਕ ਬ੍ਰੈਥ ਵਰਕ ਟੈਕਨੀਕ ਹੈਗਾ ਆ ਬਹੁਤ ਸਾਰੇ ਬ੍ਰੈਥ ਵਰਕ ਦੇ ਟੈਕਨੀਕਸ ਹੈ ਜੇ ਕੰਪਲੀਕੇਟਡ ਹੈਗਾ ਆ ਹੈ ਨਾ ਇਹ ਤੁਸੀਂ ਅੱਜ ਕੱਲ੍ਹ YouTube 'ਤੇ ਗੂਗਲ 'ਤੇ ਇੱਦਾਂ ਦੀਆਂ ਚੀਜ਼ਾਂ ਲੱਭ ਸਕਦੇ ਹੈਗੇ ਆ ਸੋ ਦੈਟਸ ਵਨ ਵੇ ਦੀ ਅਦਰ ਵੇ ਇਜ਼ ਆਪਣੀ ਸੋਚਣੀ ਬਦਲਣੀ ਹੈ ਨਾ ਸੋ ਹੌਲੀ ਹੌਲੀ ਨੋਟਿਸ ਕਰਨੀ ਆ ਜੇ ਕੋਈ ਤੁਸੀਂ ਫੋਰ ਐਗਜ਼ਾਮਪਲ ਉਦਾਸ ਰਹਿੰਦੇ ਆ ਤੁਹਾਨੂੰ ਸਟ੍ਰੈਸ ਰਹਿੰਦੀ ਆ ਯੂ ਮਾਈਟ ਬੀ ਥਿੰਕਿੰਗ ਵੈਰੀ ਨੈਗੇਟਿਵ ਤੁਹਾਨੂੰ ਜਿਹੜੇ ਦਿਮਾਗ ਦੇ ਵਿੱਚ ਬੁਰੀਆਂ ਗੱਲਾਂ ਹੀ ਦਿਖਣਗੀਆਂ ਉਹਨੇ ਇੱਦਾਂ ਕੀਤਾ ਸੀ ਉਹਦੀ ਗੱਲ ਉਹਨੇ ਇੱਦਾਂ ਕੀਤੀ ਸੀ ਮੈਨੂੰ ਉਹਨੇ ਜਾਣਬੁੱਝ ਕੇ ਇੱਦਾਂ ਕਰਿਆ ਹੋਣਾ ਉਹਨੇ ਜਾਣ ਕੇ ਇੱਦਾਂ ਕਰਿਆ ਹੋਇਆ ਸਾਡੇ ਦਿਮਾਗ ਇੱਦਾਂ ਦੀ ਸੋਚਣੀ ਬਣ ਜਾਂਦੀ ਹੈਗੀ ਆ ਫਿਰ ਅਸੀਂ ਸਿਰਫ ਨੈਗੇਟਿਵ ਦੇਖਣ ਲੱਗ ਜਾਂਦੇ ਆ ਸੋ ਇੱਕ ਹੁੰਦੀ ਆ ਉਹਨੂੰ ਕਾਊਂਟਰ ਕਰਨ ਲਈ ਕਈ ਵਾਰੀ ਮੈਂ ਪੇਸ਼ੈਂਟਸ ਨੂੰ ਕਹਿੰਦੀ ਆ ਗ੍ਰੈਟੀਟਿਊਡ ਜਰਨਲ ਰੱਖਣੀ ਹੈਗੀ ਆ ਫੋਰ ਐਗਜ਼ਾਮਪਲ 3 ਚੀਜ਼ਾਂ ਆਪਾਂ ਨੇ ਰੋਜ਼ ਲਿਖਣੀਆਂ ਆ ਜਰਨਲ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਰੋਜ਼ ਸੋਚਣੀਆਂ ਜਿਹੜੀਆਂ ਪੋਜ਼ੀਟਿਵ ਸੀਗੀਆਂ ਜਿਹੜੀਆਂ ਸਾਨੂੰ ਵਧੀਆ ਲੱਗੀਆਂ ਹੈਗੀਆਂ ਆ ਸੋ ਉਹਦੇ ਨਾਲ ਆਪਣੀ ਨਾ ਫਿਰ ਜੇ ਤੁਸੀਂ 6 ਮਹੀਨਿਆਂ ਲਈ ਇਹ ਲਗਾਤਾਰ ਕਰੋਗੇ ਤੁਹਾਡੀ ਸੋਚਣੀ ਬਦਲਣ ਲੱਗ ਜਾਂਦੀ ਹੈਗੀ ਆ ਪਰ ਇਹਦੇ ਵੀ ਬਹੁਤ ਹੋਰ ਤਰ੍ਹਾਂ ਦੇ ਬਹੁਤ ਡੀਪ ਟੈਕਨੀਕਸ ਹੈਗੇ ਆ which I don't know if we have time to go into but ਇਹ there's so much knowledge out there ਹੈ ਨਾ ਤੇ ਜਿਹੜੇ ਹੈਲਥ ਪ੍ਰੋਫੈਸ਼ਨਲਸ ਆ ਇਹ ਹੈਗੇ ਆ ਇੱਥੇ ਤੁਹਾਨੂੰ ਹੈਲਪ ਕਰਨ ਲਈ ਬਾਕੀ ਸਾਰਿਆਂ ਦੀ ਆਪਣੀ ਆਪਣੀ ਜਰਨੀ ਸਪਿਰਿਚੁਅਲ ਜਰਨੀ ਹੈਗੀ ਆ ਐਂਡ ਆਈ ਆਲਵੇਜ਼ ਵਿਸ਼ ਐਵਰੀਬਡੀ the best but reach out ਹੈ ਨਾ ਕਮਿਊਨਿਟੀ ਦੇ ਵਿੱਚ ਡਾਕਟਰਸ ਫਰੈਂਡਸ things like that reach out to those people is what I would say. All right, on this note ਆਪਾਂ ਲੈਣੇ ਇਜਾਜ਼ਤ thank you so much Dr. Gagan. Absolutely, thank you for having me.